नमस्कार, सत श्री अकाल। तुसीं वेख रहे हो ग्लोबल पंजाब टीवी ते मैं हाँ गौरव वालिया। प्रोग्राम दा ओवरव्यू बाय कंवर संधू दे विच तुहाडा स्वागत है। कंवर संधू साहब दे नाल अज सांझ पावांगे ते जानन दी कोशिश करांगे किस तरीके दे नाल साडा पंजाब जिहड़ा हैगा वो बेरोज़गारी ते मुद्दे तो किस तरीके नाल प्रभावित है, जूझ रहा है। तो खास तौर पर उदों जदों नवीं बनी सरकार ये ऐलान करती है कि 25,000 नौकरियां जड़ियां हैगियां, सरकारी नौकरियां जड़ियां वो बेरोज़गार नौजवानों नूं दित्तियां जाणगियां। इस ऐलान दे नाल 25,000 नौकरियां दे नाल कितना फर्क पेगा। रोज़गार का मुद्दा सरकारां दे लई वड्डा मुद्दा रहा है, पर की सरकारां कामयाब रहीआं ने? की सरकारां ने समय समय ते ढुकवें जड़े स्टैप्स ने वो लए ने? आखिर इस मुद्दे नूं, अनएम्पलॉयमेंट के मुद्दे नूं एड्रैस करन दे लई सरकारां ने की किता? कि वो कामयाब रहीआं या फेल होईआं? ये जानने की लोड़ है। संधू साहब तो जाणांगे। सब तो पहला उन्होंने स्वागत करते हैं। संधू साहब बहुत बहुत स्वागत है जी। मेहरबानी गौरव, सत श्री अकाल, नमस्कार। संधू साहब, मौजूदा सरकार ने एक वड्डा डिसीजन जड़ा लिता, आम आदमी पार्टी की सरकार ने, कि 25,000 नौकरियां मतलब कि अपफ्रंट आंदे ही जड़े उन्होंने देने का ऐलान कर दिता। 25,000 नौकरियां पुलिस दे विच भी ने, बाकी सरकारी अदारियां दे विच, बोर्ड निगम हर थां ते होणगियां ते इश्तिहार भी वो कड्ढणगे। पर की ये 25,000 नौकरियां दे नाल पंजाब दा ਜਿਹੜਾ ਆਪਾਂ ਕਹਿੰਦੇ ਬੈਕਲੌਗ ਇੰਨਾ ਵੱਡਾ ਸੀ, ਲੱਖਾਂ ਨੌਜਵਾਨ ਅੱਜ ਵੀ ਬੇਰੋਜ਼ਗਾਰ ਨੇ, ਕੀ ਕੰਮ ਚੱਲ ਜਾਏਗਾ? ਹਾਊ ਡੂ ਯੂ ਸੇ ਦਿਸ ਥਿੰਗ? ਜਿਹੜਾ 25,000 ਨੌਕਰੀਆਂ ਦਾ ਐਲਾਨ ਕੀਤਾ ਵਾ ਆਮ ਆਦਮੀ ਪਾਰਟੀ ਸਰਕਾਰ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ, ਇਹ ਇੱਕ ਚੰਗਾ ਕਦਮ ਆ। ਕਿਉਂਕਿ ਆਪਾਂ ਵੇਖਿਆ ਵਾ ਕਿ ਕਈ ਸਾਲਾਂ ਤੋਂ ਇੱਥੇ ਬਹੁਤ ਸਾਰੀਆਂ ਅਸਾਮੀਆਂ ਜਿਹੜੀਆਂ ਸੀਗੀਆਂ ਉਹ ਸਰਕਾਰੀ ਅਦਾਰਿਆਂ ਦੇ ਵਿੱਚ ਖਾਲੀ ਪਈਆਂ ਸੀਗੀਆਂ। ਇਹ 25,000 ਦੇ ਵਿੱਚੋਂ 10,000 ਜਿਹੜੀਆਂ ਵਾ ਉਹ ਜਿਹੜੀਆਂ ਪੁਲਿਸ ਦੇ ਵਿੱਚ ਖਾਲੀ ਅਸਾਮੀਆਂ ਵਾ ਉਹ ਭਰਨ ਵਾਸਤੇ ਸਰਕਾਰ ਨੇ ਐਲਾਨ ਕੀਤਾ ਵਾ। ਔਰ ਤੁਸੀਂ ਪੁਲਿਸ ਦੇ ਵਿੱਚ ਹੀ ਵੇਖ ਲਓ ਕਿ ਮੇਰੇ ਖਿਆਲ ਆਪਣੀ ਟੋਟਲ ਪੰਜਾਬ ਪੁਲਿਸ ਦੀ ਜਿਹੜੀ ਨਫਰੀ ਆ ਉਹ ਕਰੀਬ 80,000 ਹੋਣੀ ਚਾਹੀਦੀ ਆ। ਉਹਦੇ 'ਚ 7500 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਸੀਗੀਆਂ। ਇਹਦੇ 'ਚ ਬਹੁਤ ਸਾਰੇ ਸਬ ਇੰਸਪੈਕਟਰ, ASI, ਇੰਸਪੈਕਟਰ ਰੈਂਕ ਦੇ ਆਫਿਸਰਸ ਵੀ ਇਹਦੇ 'ਚ ਸ਼ਾਮਿਲ ਆ। ਔਰ ਥੱਲੇ ਅਸਾਮੀਆਂ ਖਾਲੀ ਸੀ ਅਤੇ ਉੱਤੇ ਪੁਲਿਸ ਟੌਪ ਹੈਵੀ ਸੀ। ਕਈ ਵਾਰ 12 DGP ਵੀ ਪੰਜਾਬ ਪੁਲਿਸ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਰਹੇ ਵਾ। ਹੁਣ ਇਹਨਾਂ ਨੇ 10,000 ਨੌਕਰੀਆਂ ਜਿਹੜੀਆਂ ਵਾ ਉਹ ਪੁਲਿਸ ਦੇ ਵਿੱਚ ਦੇਣੀਆਂ ਵਾ। ਮੇਰੇ ਮੁਤਾਬਕ ਅਸਾਮੀਆਂ 7500 ਆ। ਸੋ ਸ਼ਾਇਦ ਉਹਨਾਂ ਨੇ ਜਿਹੜੀਆਂ ਹੋਰ ਅਗਲੇ 6 ਮਹੀਨੇ ਦੇ ਵਿੱਚ ਲੋਕੀ ਰਿਟਾਇਰ ਹੋਣੇ ਆ ਜਾਂ ਅਸਾਮੀਆਂ ਹੋਰ ਖਾਲੀ ਹੋਣੀਆਂ ਵਾ, ਉਹਨੂੰ ਵੀ ਇਹ ਕੇਟਰ ਕਰ ਰਹੇ, ਜਿਹੜੀ ਇੱਕ ਬਹੁਤ ਚੰਗਾ ਸਟੈਪ ਆ। ਪੰਜਾਬ ਤੁਸੀਂ ਵੇਖਿਆ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਪੁਲਿਸ ਸਟੇਸ਼ਨ ਨੇ ਉੱਥੇ ਬਹੁਤ ਨਫਰੀ ਦੀ ਕਮੀ ਆ। ਜੇ ਉੱਥੇ 30 ਮੁਲਾਜ਼ਮ ਤਾਇਨਾਤ ਚਾਹੀਦੇ ਆ ਤੇ ਉੱਥੇ ਕਰੀਬ 15 ਜਾਂ 16 ਜਾਂ ਕਈ ਥਾਵਾਂ 'ਤੇ 12 13 ਮੁਲਾਜ਼ਮ ਵੀ ਆ। ਸੋ ਜਿੰਨਾ ਚਿਰ ਤੱਕ ਤੁਸੀਂ ਪੁਲਿਸ ਸਟੇਸ਼ਨ ਦਾ ਢਾਂਚਾ ਜਿਹੜਾ ਵਾ ਉਹਨੂੰ ਤਕੜਾ ਨਹੀਂ ਕਰਦੇ, ਉਹਨਾਂ ਚਿਰ ਤੱਕ ਸਹੀ ਪੁਲਿਸਿੰਗ ਜਿਹੜੀ ਆ ਉਹ ਨਹੀਂ ਹੋ ਸਕਦੀ। ਇਹੋ ਹੀ ਹਾਲ ਜਿਹੜਾ ਵਾ ਇਹ ਬਹੁਤ ਸਾਰੇ ਹੋਰ ਮਹਿਕਮਿਆਂ ਦੇ ਵਿੱਚ ਆ। ਕਾਲਜਿਸ ਵੇਖ ਲਓ ਤੁਸੀਂ, ਪੰਜਾਬ ਦੇ ਵਿੱਚ ਸਰਕਾਰੀ ਕਾਲਜ ਦੱਸੇ ਜਾਂਦੇ ਕਿ 48 ਕਾਲਜਿਸ ਆ। ਇਹਦੇ 'ਚੋਂ ਜਿਹੜੇ ਰੈਗੂਲਰ ਲੈਕਚਰਰਸ ਦੀਆਂ ਪੋਸਟਾਂ ਵਾ ਉਹ ਕਰੀਬ 1900 ਸੀ ਔਰ ਰੈਗੂਲਰ ਲੈਕਚਰਰ ਹੈ ਸਿਰਫ 600। ਬਾਕੀ 1200 ਜਿਹੜੇ ਲੈਕਚਰਰ ਹੈ ਉਹਨਾਂ ਦੀਆਂ ਅਸਾਮੀਆਂ ਖਾਲੀ ਪਈਆਂ ਰਹੀਆਂ। ਔਰ ਸਾਰੇ ਕਾਲਜਿਸ ਗੈਸਟ ਲੈਕਚਰਰਸ ਨਾਲ ਇਹ ਕੰਮ ਚਲਾਉਂਦੇ ਰਹੇ ਔਰ ਇਹ ਸਾਲ 2 ਸਾਲ ਨਹੀਂ, ਇਹ ਕਰੀਬ 15 ਸਾਲ ਦਾ ਇਹੋ ਹੀ ਹਾਲਤ ਹੈ। ਜਦੋਂ ਚੰਨੀ ਸਰਕਾਰ ਸੱਤਾ 'ਚ ਆਈ ਉਹਨਾਂ ਨੇ ਕੋਸ਼ਿਸ਼ ਕੀਤੀਆਂ ਕੁਝ ਭਰਨ ਦੀਆਂ, ਹੁਣ ਪਤਾ ਨਹੀਂ ਕਿੰਨੀਆਂ ਕੁ ਭਰੀਆਂ ਗਈਆਂ ਉਹਨਾਂ ਦੇ ਵਿੱਚੋਂ, ਪਰ ਬਹੁਤ ਸਾਰੀਆਂ ਅਸਾਮੀਆਂ ਕਈ ਸਾਲਾਂ ਬਾਅਦ ਹੀ ਇਹ ਖਾਲੀ ਰਹੀਆਂ। ਸਕੂਲਾਂ ਦੇ ਵਿੱਚ ਵੀ ਆਪਣੇ ਕੋਲ ਜੇ ਪ੍ਰਾਇਮਰੀ ਸਕੂਲ ਹੈ ਕਰੀਬ ਆਲਮੋਸਟ 12-13 ਹਜ਼ਾਰ, ਉਹਨਾਂ 'ਚੋਂ 1000 ਇਹੋ ਜਿਹੇ ਸਕੂਲ ਹੈ ਗੌਰਵ ਜਿਹਨਾਂ ਸਿਰਫ ਇੱਕ ਟੀਚਰ ਆ। ਜੇ ਉੱਥੇ ਸਟੂਡੈਂਟ ਆ 75 ਜਾਂ 50, ਉਹ 2 ਜਾਂ 3 ਹਿੱਸਿਆਂ 'ਚ ਵੰਡੇ ਹੁੰਦੇ ਆ, ਸੈਕਸ਼ਨਸ ਦੇ ਵਿੱਚ ਕਲਾਸਾਂ ਲਾਉਂਦੇ ਆ, ਟੀਚਰ ਉੱਥੇ ਇੱਕ ਆ। ਸੋ ਟੀਚਰ ਜਿਹੜਾ ਇੱਕ ਕਦੀ ਵਾਰੀ ਕਦੀ ਇੱਕ ਕਲਾਸ ਜਾਂਦਾ, ਕਦੀ ਦੂਜੀ ਕਲਾਸ ਜਾਂਦਾ, ਕਦੀ ਤੀਜੀ ਕਲਾਸ ਜਾਂਦਾ। ਸੋ ਇਹ ਵੀ ਅਸਾਮੀਆਂ ਜਿਹੜੀਆਂ ਵਾ ਇਹ ਭਰਨ ਦੀ ਲੋੜ ਹੈ। ਇਸੇ ਤਰ੍ਹਾਂ ਤੁਸੀਂ ਵੇਖਿਆ ਵਾ ਕਿ ਹੌਸਪੀਟਲਸ ਦੇ ਵਿੱਚ ਕਰੀਬ 2 ਸਾਲ ਪਹਿਲੋਂ ਇੱਥੋਂ ਦੇ ਜਿਹੜੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਅਨਾਊਂਸ ਕੀਤਾ ਸੀ ਕਿ 4000 ਪੋਸਟਾਂ ਡਾਕਟਰਾਂ ਦੀਆਂ, ਪੈਰਾਮੈਡਿਕ ਸਟਾਫ ਦੀਆਂ ਅਤੇ ਨਰਸਾਂ ਦੀਆਂ ਖਾਲੀ ਆ। ਕੁਝ ਭਰੀਆਂ ਲੇਕਿਨ ਹਾਲੀ ਵੀ ਬਹੁਤ ਸਾਰੀਆਂ ਖਾਲੀ ਆ। ਸੋ ਜੇ ਤੁਸੀਂ ਵਾਕਈ ਸਿਹਤ ਸੇਵਾਵਾਂ ਔਰ ਸਿੱਖਿਆ ਦੇ ਅਦਾਰੇ 'ਚ ਇੱਕ ਬਿਹਤਰੀ ਲਿਆਉਣੀ ਆ ਤਾਂ ਤੁਹਾਨੂੰ ਇਹ ਅਸਾਮੀਆਂ ਖਾਲੀ ਭਰਨੀਆਂ ਪੈਣੀਆਂ ਵਾ ਔਰ ਹੋਰ ਕ੍ਰੀਏਟ ਕਰਨੀਆਂ ਪੈਣੀਆਂ। ਜਿਵੇਂ ਇਹ ਸਰਕਾਰ ਨੇ ਕਿਹਾ ਵਾ ਵੀ ਅਸੀਂ ਸਿੱਖਿਆ ਦਾ ਮਿਆਰ ਚੁੱਕਣਾ ਵਾ, ਇਹਦਾ ਮਤਲਬ ਇਹ ਹੋ ਸਕਦਾ ਬਹੁਤ ਸਾਰੇ ਸਕੂਲਾਂ ਦੇ ਵਿੱਚ ਇੱਕ ਟੀਚਰ ਦੀ ਥਾਂ 'ਤੇ ਘੱਟੋ ਘੱਟ 3 ਟੀਚਰ ਦਾ ਉਹ ਐਲਾਨ ਕਰਨ। ਮੈਂ ਜਦੋਂ 2017 'ਚ ਆਪ ਦਾ ਮੈਨੀਫੈਸਟੋ ਬਣਾ ਰਿਹਾ ਸੀ ਤਾਂ ਅਸੀਂ ਐਲਾਨ ਕੀਤਾ ਸੀ ਵੀ ਹਰ ਸਕੂਲ ਦੇ ਵਿੱਚ ਘੱਟੋ ਘੱਟ 3 ਟੀਚਰ ਜ਼ਰੂਰ ਹੋਣਗੇ। ਸੋ ਜੇ 3 ਟੀਚਰ ਕਰਨੇ ਆ ਤਾਂ ਫਿਰ ਇਹਦਾ ਮਤਲਬ ਹੋਰ ਅਸਾਮੀਆਂ ਕ੍ਰੀਏਟ ਵੀ ਕਰਨੀਆਂ ਪੈਣੀਆਂ।
ਉਹਦੇ ਲਈ ਬਜਟ ਚਾਹੀਦੀ ਆ। ਇਸੇ ਤਰ੍ਹਾਂ ਜੇ ਤੁਸੀਂ ਮੁਹੱਲਾ ਕਲੀਨਿਕ, ਅੱਜ ਗਵਰਨਰ ਦੇ ਭਾਸ਼ਣ ਦੇ ਵਿੱਚ ਉਹਨਾਂ ਕਿਹਾ ਵਾ ਕਿ ਮੁਹੱਲਾ ਕਲੀਨਿਕ ਪਿੰਡ ਔਰ ਹਰ ਵਾਰਡ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸਥਾਪਿਤ ਕੀਤੇ ਜਾਣਗੇ। ਉੱਥੇ ਡਾਕਟਰਸ ਦੀ ਲੋੜ ਹੈ ਫਿਰ, ਸੋ ਉਹਦੇ ਲਈ ਫਿਰ ਹੋਰ ਅਸਾਮੀਆਂ ਕ੍ਰੀਏਟ ਕਰਨੇ ਪੈਣੇ। ਮੈਂ ਫਿਰ ਕਹਿਣਾ ਚਾਹੁੰਦਾ, ਇਹ ਸਭ ਵਾਸਤੇ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਣੀ ਪਊਗੀ। ਬਜਟ ਜਿਹੜੀ ਸਰਕਾਰ, ਨਵੀਂ ਸਰਕਾਰ ਜੂਨ ਜਾਂ ਜੁਲਾਈ 'ਚ ਲੈ ਕੇ ਆਊਗੀ, ਉੱਥੇ ਵੇਖਦੇ ਹਾਂ ਵੀ ਉਹ ਕਿੰਨਾ ਕੁ ਪੈਸਾ ਸਿੱਖਿਆ ਦੇ ਅਦਾਰੇ ਵਾਸਤੇ, ਸਿਹਤ ਸੇਵਾਵਾਂ ਵਾਸਤੇ ਰੱਖਦੇ ਆ। ਸਿਹਤ ਆਪਣੇ ਸਿੱਖਿਆ ਦੇ ਅਦਾਰਿਆਂ ਵਾਸਤੇ, ਐਜੂਕੇਸ਼ਨ ਸੈਕਟਰ ਲਈ ਪੰਜਾਬ ਸਰਕਾਰ ਹੁਣ ਤੱਕ 10 ਤੋਂ 12% ਆਪਣਾ ਬਜਟ ਦਾ ਹਿੱਸਾ ਰੱਖਦੀ ਰਹੀ ਆ। ਨੈਸ਼ਨਲ ਐਵਰੇਜ ਹੈ ਕਰੀਬ 15%। ਸੋ ਵੇਖਦੇ ਹਾਂ ਕਿ ਇਹ ਸਰਕਾਰ ਕਿੰਨਾ ਕੁ ਹੋਰ ਪੈਸਾ ਐਜੂਕੇਸ਼ਨ ਤੇ ਹੈਲਥ ਨੂੰ ਇਹ ਦੇ ਸਕੂਗੀ। ਸੰਧੂ ਸਾਹਿਬ, ਹੁਣ ਫਿਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਅਸਾਮੀਆਂ ਕ੍ਰੀਏਟ ਕਰਨੀਆਂ ਪੈਣੀਆਂ, ਬਜਟ ਦੇ ਵਿੱਚ ਵੀ ਜਿਹੜਾ ਹੈਗਾ ਵਾਧੂ ਪੈਸਾ ਵੀ ਰੱਖਣਾ ਪੈਣਾ ਹੈਗਾ, ਤੇ ਅਗਰ ਆਪਾਂ ਪੁਰਾਣੀ ਸਰਕਾਰਾਂ ਦੀ, ਤੁਸੀਂ ਚੰਨੀ ਸਰਕਾਰ ਦੀ ਗੱਲ ਕੀਤੀ, ਬਾਕੀਆਂ ਦੀ ਗੱਲ ਕੀਤੀ, ਇਸ ਤੋਂ ਪਹਿਲੇ ਦੀਆਂ ਸਰਕਾਰਾਂ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਅਹਿਸਾਸ ਸੀਗਾ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਬਹੁਤ ਜ਼ਿਆਦਾ ਗੰਭੀਰ ਹੈਗਾ ਤੇ ਇਸ ਨੂੰ ਸੀਰੀਅਸਲੀ ਐਡਰੈਸ ਕਰਨ ਦੀ ਲੋੜ ਹੈਗੀ। ਅਗਰ ਹੁਣ ਆਪਾਂ ਕੰਪੈਰੀਜ਼ਨ ਕਰ ਰਹੇ ਹਾਂ ਅੱਜ ਦੀ ਸਰਕਾਰ ਤੇ ਪਿਛਲੀਆਂ ਦਾ, ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਸੀਗਾ ਤੇ ਉਹਨਾਂ ਨੇ ਕੀ ਸੀਰੀਅਸਲੀ ਕੰਮ ਕੀਤਾ? ਦੇਖੋ, ਪਤਾ ਉਹਨਾਂ ਨੂੰ ਡੈਫੀਨੇਟਲੀ ਸੀ ਗੌਰਵ, ਔਰ ਇਸੇ ਕਰਕੇ ਵਾਅਦੇ ਕਰਦੇ ਰਹੇ, ਵਾਅਦੇ ਬਹੁਤ ਹੋਏ। ਮੈਨੂੰ ਯਾਦ ਹੈ 2012 ਦੇ ਵਿੱਚ ਸੁਖਬੀਰ ਬਾਦਲ ਅਕਾਲੀ ਭਾਜਪਾ ਸਰਕਾਰ ਨੇ ਉਦੋਂ ਕਿਹਾ ਸੀ ਕਿ ਅਸੀਂ ਕਰੀਬ 10 ਲੱਖ ਨੌਕਰੀਆਂ ਦੇਵਾਂਗੇ, ਔਰ ਦਿੱਤੀਆਂ ਕਿੰਨੀਆਂ? ਮੇਰਾ ਨਹੀਂ ਖਿਆਲ ਕੁਝ ਹਜ਼ਾਰ ਜਾਂ ਕੁਝ ਹਜ਼ਾਰਾਂ ਤੋਂ ਜ਼ਿਆਦਾ ਨੌਕਰੀਆਂ, 1 ਲੱਖ ਵੀ ਮੇਰੇ ਖਿਆਲ ਨਹੀਂ ਨੌਕਰੀਆਂ ਉਹ ਦੇ ਸਕੇ। 2017 'ਚ ਕਾਂਗਰਸ ਸਰਕਾਰ ਨੇ, ਕਾਂਗਰਸ ਪਾਰਟੀ ਨੇ ਉਦੋਂ ਆਪਣੇ ਮੈਨੀਫੈਸਟੋ 'ਚ ਐਲਾਨ ਕੀਤਾ ਸੀ ਘਰ ਘਰ ਨੌਕਰੀ, ਹਰ ਘਰ ਦੇ ਵਿੱਚ ਇੱਕ ਨੌਕਰੀ ਜ਼ਰੂਰ ਦਿੱਤੀ ਜਾਊਗੀ। ਇਹਦਾ ਮਤਲਬ ਇਹ ਕਿ ਜੇ ਪੰਜਾਬ 'ਚ 55 ਲੱਖ ਘਰ ਦੱਸੇ ਜਾਂਦੇ ਆ, ਇਹਦਾ ਮਤਲਬ 55 ਲੱਖ ਨੌਕਰੀਆਂ ਕ੍ਰੀਏਟ ਕਰਨੀਆਂ ਸੀ। ਕਿੱਥੇ ਨੌਕਰੀਆਂ ਕ੍ਰੀਏਟ ਹੋਈਆਂ? ਜੇ ਕੀਤੀਆਂ ਹੁੰਦੀਆਂ ਤੇ ਸਰਕਾਰ ਦਾ ਜਿਹੜੀ ਪੁਰਾਣੀ ਸਰਕਾਰ ਸੀਗੀ ਉਹ ਸ਼ਾਇਦ ਜਾਣੀ ਨਹੀਂ ਸੀਗੀ, ਉਹ ਫਿਰ ਸੱਤਾ 'ਚ ਹੁੰਦੇ। ਬਿਲਕੁਲ। ਸੋ ਇਸੇ ਤਰ੍ਹਾਂ ਹੀ ਜਦੋਂ ਚੰਨੀ ਪਾਵਰ 'ਚ ਆਏ, ਉਹਨਾਂ ਨੇ ਵੀ ਕਿਹਾ ਜੀ ਅਸੀਂ ਹਰ ਸਾਲ 1 ਲੱਖ ਨੌਕਰੀ ਸਰਕਾਰੀ ਅਦਾਰਿਆਂ 'ਚ ਦਿਆ ਕਰਾਂਗੇ। ਖੈਰ ਉਹ ਤਾਂ ਸਰਕਾਰ ਬਣੀ ਨਹੀਂ। ਔਰ ਫਿਰ ਸੁਖਬੀਰ ਬਾਦਲ ਨੇ ਵੀ ਕਿਹਾ ਕਿ 75% ਕੋਟਾ ਜਿਹੜਾ ਵਾ ਉਹ ਸਰਕਾਰੀ ਨੌਕਰੀਆਂ 'ਚ ਅਸੀਂ ਲੋਕਲਸ ਪੰਜਾਬੀਆਂ ਵਾਸਤੇ ਰੱਖਾਂਗੇ, ਉਹ ਵੀ ਸਰਕਾਰ ਨਹੀਂ ਬਣੀ। ਸੋ ਵਾਅਦੇ ਤਾਂ ਲਗਾਤਾਰ ਹੁੰਦੇ ਰਹੇ ਆ, ਲੇਕਿਨ ਜਿਹੜਾ ਸੱਤਾ 'ਚ ਪਲਟਾ ਆਇਆ ਵਾ ਜਿਹੜਾ, ਉਹਦਾ ਇੱਕ ਵੱਡਾ ਕਾਰਨ ਜਿਹੜਾ ਵਾ ਬੇਰੁਜ਼ਗਾਰੀ ਆ। ਔਰ ਕੁਝ ਮਾਹਰਾਂ ਮੁਤਾਬਕ ਪਿਛਲੇ 5 ਸਾਲਾਂ ਦੇ ਵਿੱਚ ਘੱਟੋ ਘੱਟ 4 ਨੌਕਰੀਆਂ ਲੋਕਾਂ ਤੋਂ ਖੁੱਸੀਆਂ ਵਾ, ਖਾਸ ਕਰਕੇ ਕੋਵਿਡ ਕਰਕੇ ਜੀ। ਸੋ ਇਸੇ ਕਰਕੇ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਬਾਹਰਲੇ ਮੁਲਕਾਂ ਜਾ ਰਹੇ ਆ। ਇੱਕ ਅੰਦਾਜ਼ੇ ਮੁਤਾਬਕ ਲੱਖ ਤੋਂ 1.5 ਲੱਖ ਜਿਹੜਾ ਯੂਥ ਹੈ ਸਾਡਾ, ਉਹ ਬਾਹਰਲੇ ਮੁਲਕਾਂ 'ਚ ਪੜ੍ਹਨ ਦੇ ਬਹਾਨੇ ਜਾਂ ਨੌਕਰੀਆਂ ਦੇ ਬਹਾਨੇ ਕੈਨੇਡਾ, ਅਮਰੀਕਾ, ਯੂਰਪ ਜਾਂ ਜਿਹੜੇ ਗਲਫ ਦੇ ਕੰਟਰੀਜ਼ ਹੈ ਉੱਥੇ ਜਾ ਰਿਹਾ। ਤੇ ਸੰਧੂ ਸਾਹਿਬ, ਕਿਉਂਕਿ ਇਸ ਦੇ ਨਾਲ ਹੀ ਜੁੜਦਾ, ਹੁਣ ਜਦ ਤੁਸੀਂ ਚੰਨੀ ਸਰਕਾਰ ਦੀ ਗੱਲ ਕੀਤੀ, ਇਮੀਡੀਏਟਲੀ ਜਿਹੜੀ ਇਸ ਤੋਂ ਪਹਿਲੇ ਦੀ ਸਰਕਾਰ ਸੀਗੀ, ਰੋਜ਼ਗਾਰ ਮੇਲੇ ਲਗਾਏ ਜਾਂਦੇ ਸੀਗੇ। ਤੁਹਾਨੂੰ ਲੱਗਦਾ ਸੀ ਹਕੀਕਤ ਦੇ ਵਿੱਚ ਕੀ ਰੋਜ਼ਗਾਰ ਮੇਲੇ ਦੇ ਨਾਲ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ, ਜਾਂ ਫਿਰ ਜਿਹੜੀ ਬੱਚਿਆਂ ਦੀ ਆਲਰੇਡੀ ਇੰਸਟੀਚਿਊਟਸ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਪਲੇਸਮੈਂਟ ਹੁੰਦੀ ਹੈ, ਇਹ ਉਹੀ ਸੀਗਾ? ਬਹੁਤ ਹੱਦ ਤੱਕ ਇਹ ਜਿਹੜੇ ਰੋਜ਼ਗਾਰ ਮੇਲੇ ਸੀਗੇ ਇਹ ਡਰਾਮਾ ਸੀ। ਜਿਹੜੀਆਂ ਨੌਕਰੀਆਂ ਆਲਰੇਡੀ ਅਸ਼ੋਰਡ ਹੁੰਦੀਆਂ ਸੀ, ਲੋਕਾਂ ਦੀ ਸਿਲੈਕਸ਼ਨ ਹੋਈ ਹੁੰਦੀ ਸੀ, ਉਹਨਾਂ ਨੂੰ ਉੱਥੇ ਪੇਸ਼ ਕਰਤਾ ਜਾਂਦਾ ਸੀ, ਔਰ ਉਹੀ ਨੌਕਰੀਆਂ ਦਿਖਾਈਆਂ ਜਾਂਦੀਆਂ ਸੀ ਵੀ ਇਹ ਰੋਜ਼ਗਾਰ ਮੇਲੇ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਮਿਲੀਆਂ। ਨਹੀਂ ਤੇ ਜਿੰਨੇ ਮੇਲੇ ਲਾਏ ਗਏ ਆ, ਜਿੰਨੀਆਂ ਨੌਕਰੀਆਂ ਅਨਾਉਂਸ ਕੀਤੀਆਂ ਵਾ, ਤੇ ਘੱਟੋ ਘੱਟ ਅੱਜ ਜਿੰਨੀ ਹਾਹਾਕਾਰ ਮਚੀ ਹੈ ਨਹੀਂ ਸੀ ਮਚਣੀ। ਸੋ ਇਹ ਬਹੁਤ ਹੱਦ ਤੱਕ ਪਿਛਲੀਆਂ ਸਰਕਾਰਾਂ ਵੀ ਵਾਅਦੇ ਕਰਦੇ ਰਹੀਆਂ, ਪੂਰੇ ਨਹੀਂ ਕੀਤੇ ਵਾਅਦੇ, ਔਰ ਇਹ ਮੇਲੇ ਵੀ ਜਿਹੜੇ ਸੀ ਇਹ ਸਿਰਫ ਮਹਿਜ਼ ਡਰਾਮਾ ਹੀ ਹੁੰਦੇ ਰਹੇ। ਤੇ ਸੰਧੂ ਸਾਹਿਬ, ਅਗਰ ਆਪਾਂ ਹੁਣ ਆਪਣੇ ਪੰਜਾਬ ਦੀ ਗੱਲ ਕਰ ਰਹੇ ਹਾਂ, ਇੱਥੇ ਬੇਰੁਜ਼ਗਾਰੀ ਦੀ ਜਿਹੜੀ ਪ੍ਰੋਬਲਮ ਹੈਗੀ ਹੈ, ਨੌਜਵਾਨ ਪੜ੍ਹੇ ਲਿਖੇ ਨੇ ਪਰ ਨੌਕਰੀਆਂ ਨਹੀਂ ਮਿਲ ਰਹੀਆਂ। ਜਦੋਂ ਅਸੀਂ ਇਸ ਨੂੰ ਕੰਪੇਅਰ ਕਰਦੇ ਹਾਂ ਬਾਕੀ ਹੋਰ ਸੂਬਿਆਂ ਦੇ ਨਾਲ, ਪੰਜਾਬ ਭਾਵੇਂ ਆਪਾਂ ਆਪਣੇ ਜਿਹੜੇ ਨੇੜਲੇ ਸੂਬੇ ਹੈਗੇ ਆ, ਹਰਿਆਣਾ, ਹਿਮਾਚਲ, ਉਹਨਾਂ ਨਾਲ ਨਾਰਦਰਨ ਸਟੇਟਸ ਦੀ ਗੱਲ ਕਰਦੇ ਹਾਂ, ਜਾਂ ਰੈਸਟ ਆਫ ਦਾ ਕੰਟਰੀ ਦੇ ਜਿਹੜੇ ਵੱਖ-ਵੱਖ ਸਟੇਟਸ ਨੇ, ਹਾਲਾਤ ਕਿਹੋ ਜਿਹੇ ਵੇਖਦੇ ਹੋ? ਬੇਰੁਜ਼ਗਾਰੀ ਦੀ ਹਾਲਾਤ ਜਿਹੜੇ ਨੇ ਉਹ ਬਹੁਤ ਗੰਭੀਰ ਨੇ। ਤੁਸੀਂ ਜੇ ਅੰਕੜੇ ਕੱਢ ਕੇ ਵੇਖ ਲਓ ਤੇ ਉੱਥੋਂ ਵੀ ਪਤਾ ਲੱਗਦਾ ਵਾ ਵੀ ਸਿਚੁਏਸ਼ਨ ਜਿਹੜੀ ਹੈ ਬਹੁਤ ਕਾਫੀ ਖਰਾਬ ਆ, ਔਰ ਅਸਲੀਅਤ ਦੇ ਵਿੱਚ ਤੇ ਸਿਚੁਏਸ਼ਨ ਹੋਰ ਵੀ ਕਿਤੇ ਜ਼ਿਆਦਾ ਖਰਾਬ ਹੈ। ਕਈ ਵਾਰ ਅੰਕੜੇ ਜਿਹੜੇ ਨੇ ਉਹ ਸਹੀ ਸਥਿਤੀ ਦਰਸਾਉਂਦੇ ਨਹੀਂਗੇ, ਕਿਉਂਕਿ ਆਪਣੇ ਪੰਜਾਬੀਆਂ ਨੂੰ ਆਦਤ ਆ ਵੀ ਔਖੇ ਵੇਲੇ ਵੀ ਉਹ ਖੁਸ਼ ਰਹਿੰਦੇ ਆ, ਮੌਜ ਮੇਲਾ ਜਿਹਾ ਕਰਦੇ ਆ, ਤੇ ਲੋਕਾਂ ਨੂੰ ਲੱਗਦਾ ਵੀ ਇਹ ਠੀਕ ਠਾਕ ਹੈ, ਸਾਰੇ ਖੁਸ਼ ਆ। 2017 'ਚ ਮੈਨੂੰ ਯਾਦ ਆ ਆਪਣੀ ਇੱਕ ਸਰਕਾਰੀ ਸੰਸਥਾ ਵੱਲੋਂ, NSO ਵੱਲੋਂ ਇੱਕ ਰਿਪੋਰਟ ਜਨਤਕ ਹੋਈ ਸੀ। ਉਹਦੇ ਮੁਤਾਬਕ ਉਹਨਾਂ ਸਾਰੀਆਂ ਸਟੇਟਾਂ ਦੀ ਰਿਪੋਰਟ ਦਿੱਤੀ, ਤੇ ਜਿਹੜੀ ਬੇਰੁਜ਼ਗਾਰੀ ਦੀ ਦਰ ਸੀ ਪੰਜਾਬ ਦੇ ਵਿੱਚ ਉਹ 7.8 ਸੀ, ਔਰ ਉਸ ਵੇਲੇ ਨੈਸ਼ਨਲ ਐਵਰੇਜ ਜਿਹੜੀ ਸੀ ਗੌਰਵ ਉਹ ਸਿਰਫ 6.1 ਸੀ ਜਾਂ 6.4 ਸੀ। ਸੋ ਅਸੀਂ ਨੈਸ਼ਨਲ ਐਵਰੇਜ ਨਾਲੋਂ ਵੀ ਜ਼ਿਆਦਾ ਬੇਰੁਜ਼ਗਾਰੀ
ਜੋ ਰਾਸ਼ਟਰੀ ਲੈਵਲ ਤੇ ਸਿਚੁਏਸ਼ਨ ਸੀ ਉਹਦੇ ਨਾਲੋਂ ਨਹੀਂ ਸਿਚੁਏਸ਼ਨ ਪੰਜਾਬ ਦੇ ਵਿੱਚ ਸੀਰੀਅਸ ਸੀ। ਸਾਲ ਕੁ ਪਹਿਲੋਂ ਜਿਹੜਾ ਨੈਸ਼ਨਲ ਦਰ ਆ ਉਹ ਤੇ ਘਟ ਕੇ ਆ ਗਈ ਕਰੀਬ 4.8 4.7 ਤੇ ਸਾਡੀ ਪੰਜਾਬ ਦੀ ਸਿਚੁਏਸ਼ਨ ਕਰੀਬ ਉੱਥੇ ਰਹੀ 7.8 ਤੋਂ 7.4 ਆ ਗਈ ਜਾਂ 7.5 ਆ ਗਈ। ਸੋ ਸਿਚੁਏਸ਼ਨ ਜਿਹੜੀ ਆ ਉਹ ਵਾਕਈ ਬਾਕੀ ਸਟੇਟਾਂ ਨਾਲੋਂ ਕਿਤੇ ਪੰਜਾਬ ਦੇ ਵਿੱਚ ਜ਼ਿਆਦਾ ਗੰਭੀਰ ਆ। ਔਰ ਇਸੇ ਤਰ੍ਹਾਂ ਹੀ ਤੁਸੀਂ ਇੱਕ ਹੋਰ ਪ੍ਰਾਈਵੇਟ ਸੰਸਥਾ ਵਾ, ਇੱਕ CMIE ਨਾਂ ਦੀ ਇੱਕ ਸੰਸਥਾ ਵਾ, ਉਹਨਾਂ ਮੁਤਾਬਕ ਬੇਰੁਜ਼ਗਾਰੀ ਦੀ ਦਰ ਪੰਜਾਬ ਦੇ ਵਿੱਚ 7.9 ਆ, ਜੋ NSA ਨੂੰ ਕਿਹਾ ਉਹਦੇ ਨਾਲੋਂ ਵੀ ਕਿਤੇ ਜ਼ਿਆਦਾ ਵਾ। ਔਰ ਉਹਨਾਂ ਦੇ ਮੁਤਾਬਕ ਗੌਰਵ ਪੰਜਾਬ ਦੇ ਵਿੱਚ ਕਰੀਬ 95 ਲੱਖ ਲੋਕੀ ਰੁਜ਼ਗਾਰ ਦੇ ਵਿੱਚ ਨੇ ਜੀ, ਲੇਕਿਨ ਨੌਕਰੀਆਂ ਦੀ ਭਾਲ ਦੇ ਵਿੱਚ ਨੇ ਕਰੀਬ 1 ਕਰੋੜ ਤੇ 3 ਲੱਖ। ਸੋ ਕਰੀਬ 8 ਲੱਖ ਬੇਰੁਜ਼ਗਾਰ ਨੇ ਉਹਨਾਂ ਦੇ ਮੁਤਾਬਕ ਜੀ। ਲੇਕਿਨ ਜਿਹੜੇ ਸਾਡੇ ਕੁਝ ਅਰਥ ਸ਼ਾਸਤਰ ਨੇ, ਇਕੋਨੋਮਿਸਟ ਨੇ, RS ਘੁੰਮਣ ਉਹਨਾਂ ਦਾ ਜਾਂ ਹੋਰਾਂ ਦਾ ਜੇ ਲੇਖ ਪੜ੍ਹੋ ਤੇ ਉੱਥੋਂ ਲੱਗਦਾ ਵਾ ਕਿ ਕਰੀਬ 20 ਲੱਖ ਬੇਰੁਜ਼ਗਾਰ ਆ ਪੰਜਾਬ ਦੇ ਵਿੱਚ। ਔਰ ਥੋੜ੍ਹੀ ਜਿਹੀ ਖਤਰੇ ਦੀ ਘੰਟੀ ਇੱਥੋਂ ਵੀ ਆਉਂਦੀ ਹੈ ਗੌਰਵ ਕਿ ਇਹ ਬਹੁਤੇ ਜ਼ਿਆਦਾ ਗ੍ਰੈਜੂਏਟਸ ਐਂਡ ਅਬਵ ਆ, ਪੜ੍ਹੇ ਲਿਖੇ ਨੌਜਵਾਨ ਨੇ, ਬੇਰੁਜ਼ਗਾਰ ਨੇ। ਸੋ ਜਦੋਂ ਪੜ੍ਹੇ ਲਿਖੇ ਬੇਰੁਜ਼ਗਾਰ ਹੁੰਦੇ ਆ ਤੇ ਉਹ ਫਿਰ ਵਾਕਈ ਬੜੇ ਬਾਕੀਆਂ ਨਾਲੋਂ ਜ਼ਿਆਦਾ ਅਵੇਅਰ ਹੁੰਦੇ ਆ ਤੇ ਸ਼ਾਇਦ ਇਸੇ ਕਰਕੇ ਹੀ ਇੰਨੀ ਵੱਡੀ ਮੈਜੋਰਿਟੀ ਦੇ ਵਿੱਚ ਆਪ ਨੂੰ ਹੁੰਗਾਰਾ ਮਿਲਿਆ ਤੇ ਬਾਕੀ ਪਾਰਟੀਆਂ ਨੂੰ ਹੁੰਗਾਰਾ ਸ਼ਾਇਦ ਨਹੀਂ ਮਿਲਿਆ। ਤੇ ਸੰਧੂ ਸਾਹਿਬ ਫਿਰ ਹੁਣ ਸਵਾਲ ਇਹ ਖੜਾ ਹੋ ਗਿਆ ਇਸ ਦੇ ਨਾਲ ਕਿ ਜਿਵੇਂ ਤੁਸੀਂ ਬਾਕੀ ਸਟੇਟਸ ਦੇ ਨਾਲ ਤੇ ਨੈਸ਼ਨਲ ਤੁਸੀਂ ਕੰਪੈਰੀਜ਼ਨ ਕੀਤਾ, ਕਿਸ ਤਰੀਕੇ ਦੇ ਨਾਲ ਆਪਾਂ ਕਿਸ ਜਗ੍ਹਾ ਤੇ ਖੜੇ ਹੁੰਨੇ ਆ। ਕੁਝ ਐਸੀ ਸਟੇਟਸ ਹੈ ਤੁਹਾਡੇ ਮੁਤਾਬਕ ਕਿ ਜਿਨ੍ਹਾਂ ਨੇ ਪੰਜਾਬ ਦੇ ਸਾਹਮਣੇ ਅੱਛਾ ਪਰਫਾਰਮ ਕੀਤਾ, ਉੱਥੇ ਜਿਹੜੀ ਬੇਰੁਜ਼ਗਾਰੀ ਦੀ ਜਿਹੜੀ ਦਰ ਹੈ ਉਹ ਘਟੀ ਤੇ ਉਹਨਾਂ ਨੇ ਸਟੈਪਸ ਕਿਹੋ ਜਿਹੇ ਲਿੱਤੇ? ਬਹੁਤ ਅੱਛਾ ਇਹ ਸਵਾਲ ਹੈ। ਸਾਨੂੰ ਕੁਝ ਸਟੇਟਾਂ ਤੋਂ ਕਈ ਕੁਝ ਸਿੱਖਣ ਦੀ ਲੋੜ ਵੀ ਆ। ਆਪਣੇ ਇਮੀਡੀਏਟ ਨੇਬਰਹੁੱਡ ਦੇ ਵਿੱਚ ਗੌਰਵ ਹਿਮਾਚਲ ਲੈ ਲਓ ਤੁਸੀਂ ਜੀ। ਪੰਜਾਬ ਦੀ ਜੇ ਬੇਰੁਜ਼ਗਾਰੀ ਦੀ ਦਰ 7% ਪਲੱਸ ਆ, 7 ਲੈ ਲਓ, 7.5 ਲਾ ਲਓ, 8 ਲਾ ਲਓ, ਉੱਥੇ ਹਿਮਾਚਲ ਦੇ ਵਿੱਚ ਕਰੀਬ 3.5 3.7। ਸੋ ਇਹਦਾ ਮਤਲਬ ਹੈ ਸਾਡੇ ਤੋਂ ਆਲਮੋਸਟ 50% ਤੇ ਆ ਉੱਥੇ। ਦਾ ਮਤਲਬ ਰੁਜ਼ਗਾਰੀ ਜਿਹੜਾ ਬੇਰੁਜ਼ਗਾਰੀ ਆ ਇਹ ਇੰਨਾ ਵੱਡਾ ਸੀਰੀਅਸ ਮਸਲਾ, ਗੰਭੀਰ ਮਸਲਾ ਨਹੀਂ ਜਿੰਨਾ ਪੰਜਾਬ ਦੇ ਵਿੱਚ ਆ। ਲੇਕਿਨ ਕੁਝ ਸੂਬੇ ਜਿਨ੍ਹਾਂ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਆ ਉਹ ਹਨ ਕੇਰਲਾ, ਕਰਨਾਟਕਾ, ਤੇਲੰਗਾਨਾ। ਸਭ ਤੋਂ ਵਧੀਆ ਸਿਚੁਏਸ਼ਨ ਇਸ ਵੇਲੇ ਹੈ ਕਰਨਾਟਕਾ ਦੀ। ਲੇਕਿਨ ਤੇਲੰਗਾਨਾ ਜਿਹੜਾ ਕੁਝ ਸਾਲ ਪਹਿਲਾਂ ਹੀ ਸ਼ਾਇਦ 2014 'ਚ ਨਵੀਂ ਸਟੇਟ ਬਣੀ ਸੀਗੀ ਜੀ, ਉਹ ਬਹੁਤ ਚੰਗੀ ਤਰੱਕੀ ਕੀਤੀ ਹੈ ਉਹਨਾਂ ਨੇ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਵਿੱਚ। ਉਹਨਾਂ ਨੇ ਬਹੁਤ ਕਾਮਯਾਬੀ ਹਾਸਲ ਕੀਤੀ ਹੈ। ਤੁਹਾਨੂੰ ਪਤਾ ਹੀ ਆ ਕਿ ਤੇਲੰਗਾਨਾ ਜਿਹੜਾ ਵਾ ਉਹ IT ਦੇ ਵਿੱਚ ਇੱਕ ਫਰੰਟ ਰਨਰ ਆ ਬਾਕੀ ਸਟੇਟਸ ਦੇ ਮੁਤਾਬਕ। ਜੇ ਮੁਲਕ ਦੇ ਵਿੱਚ 10 IT ਪ੍ਰੋਫੈਸ਼ਨਲਸ ਨੇ, 10 ਚੋਂ 3 ਜਿਹੜੇ ਨੇ ਸਿਰਫ ਤੇਲੰਗਾਨਾ 'ਚੋਂ ਹੀ ਆਉਂਦੇ ਆ। ਇਹ ਹਾਲਤ ਉੱਥੇ ਬਣੀ ਹੋਈ ਆ। ਔਰ 2014 ਤੋਂ ਲੈ ਕੇ ਜਦੋਂ ਤੋਂ ਸਟੇਟ ਬਣੀ ਆ ਉੱਥੇ ਕਰੀਬ 1 ਲੱਖ ਕਰੋੜ ਦੀ ਇਨਵੈਸਟਮੈਂਟ ਸਟੇਟ ਦੇ ਵਿੱਚ ਆਈ ਆ। ਔਰ ਘੱਟੋ ਘੱਟ ਵੀ ਕਰੀਬ 8 ਲੱਖ ਲੋਕੀ ਜਿਹੜੇ ਨੇ ਉਹਨਾਂ ਨੂੰ ਨੌਕਰੀਆਂ ਇਹ 2014 ਤੋਂ ਲੈ ਕੇ ਹੁਣ ਤੱਕ ਸਰਕਾਰ ਦੇ ਸਕੀ ਆ। ਬਹੁਤ ਵੱਡੀ ਗੱਲ ਹੈ। ਬਿਲਕੁਲ। ਔਰ ਇਸੇ ਤਰ੍ਹਾਂ ਉੱਥੇ ਕਰੀਬ 1500 ਵੱਡੀਆਂ IT ਜਾਂ ਛੋਟੀਆਂ IT ਕੰਪਨੀਜ਼ ਹੈ ਜਿਹਦੇ 'ਚ ਘੱਟੋ ਘੱਟ ਵੀ 5 ਤੋਂ 6 ਲੱਖ ਲੋਕੀ ਰੁਜ਼ਗਾਰ ਦੇ ਵਿੱਚ ਨੇ। ਔਰ ਹੁਣ ਵੀ ਜੇ ਕਿਸੇ ਨੇ ਕੋਈ ਨਵੀਂ ਵੱਡੀ ਅਦਾਰਾ ਲਾਉਣਾ ਵਾ, ਕੋਈ ਨਵੀਂ ਫੈਕਟਰੀ ਲਾਉਣੀ ਆ ਤੇ ਉਹ ਉਹਨਾਂ ਸਟੇਟਾਂ ਵਾਲੀ, ਕਰਨਾਟਕਾ ਜਾਂ ਤੇਲੰਗਾਨਾ ਵਾਲੀ ਜਾਂਦੇ। ਜਾਂ ਪਿੱਛੇ ਜੇ ਜਿਹੜੇ ਇਲੈਕਟ੍ਰਿਕ ਵਹੀਕਲ ਸੈਗਮੈਂਟ ਦੇ ਵਿੱਚ ਉਹਨਾਂ ਨੂੰ ਕਰੀਬ ਤੇਲੰਗਾਨਾ ਨੂੰ 10,000 ਕਰੋੜ ਦੀ ਇਨਵੈਸਟਮੈਂਟ, ਤਾਜ਼ੀ ਇਨਵੈਸਟਮੈਂਟ ਆਈ ਹੈ ਜਿਹਦੇ 'ਚ 30,000 ਨੌਕਰੀਆਂ ਹੋਰ ਕ੍ਰੀਏਟ ਹੋ ਜਾਣਗੀਆਂ। ਸੋ ਇੱਦਾਂ ਦੇ ਜਿਹੜੇ ਇਨਵੈਸਟਰਸ ਨੇ ਵੱਡੇ ਉਹ ਪੰਜਾਬ ਵੱਲ ਨਹੀਂ ਮੂੰਹ ਕਰਦੇ, ਉਹ ਇਹਨਾਂ ਸਟੇਟਸ ਵੱਲ ਮੂੰਹ ਕਰਦੇ ਆ। ਔਰ ਉੱਥੇ ਉਹਨਾਂ ਨੇ ਇੱਕ ਆਮ ਲੋਕੀ ਮੰਨਦੇ ਆ ਜੀ ਵੀ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਆਪਣਾ ਕਾਰੋਬਾਰ ਕਰਨਾ ਚਾਹੀਦਾ ਵਾ। ਪਰ ਆਪਣਾ ਕਾਰੋਬਾਰ ਵਾਸਤੇ ਤੁਸੀਂ ਸਹੂਲਤਾਂ ਵੀ ਤਾਂ ਦਿਓ ਨਾ। ਬਿਲਕੁਲ। ਉੱਥੇ ਇੱਕ ਬਹੁਤ ਇੰਟਰਸਟਿੰਗ ਕਨਸੈਪਟ ਹੈ ਹੈਦਰਾਬਾਦ ਦੇ ਵਿੱਚ। ਉੱਥੇ ਟੀ ਹੱਬ ਬਣਿਆ ਵਾ, ਇਹ ਇਨਕੂਬੇਟਰ ਆ। ਜੇ ਕੋਈ ਆਪਣਾ ਕੰਮ ਕਰਨਾ ਚਾਹੁੰਦਾ ਵਾ ਤੇ ਇਹ ਟੀ ਹੱਬ ਜਿਹੜਾ ਵਾ ਉਹਨੂੰ ਉਹਦੀ ਮਦਦ ਕਰਦਾ ਵਾ। ਜੇ ਕੋਈ ਨੌਜਵਾਨ ਜਿਹੜੇ ਨੇ ਇਕੱਠੇ ਹੋ ਕੇ ਕੋਈ ਆਪਣਾ ਕੰਮ ਕਰਨਾ ਚਾਹੁੰਦੇ ਆ ਤੇ ਇਹ ਇਨਕੂਬੇਟਰ ਜਿਹੜਾ ਵਾ ਇਹ ਉਹਨਾਂ ਦੀ ਮਦਦ ਕਰਦਾ ਵਾ। ਔਰ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਇਨਕੂਬੇਟਰਸ ਨੇ, ਪਰ ਜਿਹੜਾ ਟੀ ਹੱਬ ਆ ਉਹਨੂੰ ਸਟੱਡੀ ਕਰਨ ਦੀ ਲੋੜ ਆ। ਮੈਂ 2017 'ਚ ਵੀ ਕਹਿੰਦਾ ਹੁੰਦਾ ਸੀ ਵੀ ਇਹ ਟੀ ਹੱਬ ਨੂੰ ਸਟੱਡੀ ਕਰਕੇ ਆਪਾਂ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਸਿਸਟਮ ਇੰਟਰੋਡਿਊਸ ਕਰੀਏ ਤਾਂ ਕਿ ਲੋਕੀ ਆਪਣਾ ਕਾਰੋਬਾਰ ਜਿਹੜਾ ਵਾ ਉਹ ਕਰ ਸਕਣ। ਟੀ ਹੱਬ ਨੇ ਜੋ ਮੈਂ ਫਿਗਰਸ ਵੇਖ ਰਿਹਾ ਸੀ ਕਰੀਬ 120 ਨਵੀਆਂ ਯੂਨਿਟਸ ਲਵਾਈਆਂ ਵਾ। 1800 ਕਰੋੜ ਦਾ ਉਹਨਾਂ ਨੇ ਫੰਡਿੰਗ ਕ੍ਰੀਏਟ ਕੀਤੀ ਹੈ। ਸੋ ਇਹੋ ਜਿਹੇ ਕੰਮ ਜਿਹੜੇ ਨੇ ਉਹ ਸਾਨੂੰ ਪੰਜਾਬ ਦੇ ਵਿੱਚ ਕਰਨ ਦੀ ਲੋੜ ਹੈ। ਔਰ ਵਾਕਈ ਸਾਨੂੰ ਇੱਕ ਟੀਮ ਭੇਜਣੀ ਚਾਹੀਦੀ ਹੈ ਤੇਲੰਗਾਨਾ ਦੇ ਵਿੱਚ, ਉੱਥੇ ਹਫ਼ਤਾ 10 ਦਿਨ ਰਹਿ ਕੇ ਆਉਣ
ਤਾਂ ਕਿ ਉੱਥੋਂ ਪਤਾ ਲੱਗ ਸਕੇ ਕਿ ਅਨਐਮਪਲੋਇਮੈਂਟ ਦੀ ਪ੍ਰੋਬਲਮ ਜੇ ਦੂਰ ਕਰਨੀ ਹੈ ਤੇ ਕਿਵੇਂ ਦੂਰ ਕਰੀਏ। ਤੇਲੰਗਾਨਾ ਦੇ ਵਿੱਚ ਆਪਣੀ 7.8% ਜੇ ਅਨਐਮਪਲੋਇਮੈਂਟ ਦਾ ਰੇਟ ਆ, ਉੱਥੇ ਕਰੀਬ 2.4 ਜਾਂ 2.2% ਹੈ, ਔਰ ਪੇਂਡੂ ਇਲਾਕਿਆਂ ਦੇ ਵਿੱਚ ਆਲਮੋਸਟ ਜ਼ੀਰੋ ਆ, 0.5% ਤੋਂ ਵੀ ਘੱਟ ਆ ਉਹਨਾਂ ਦਾ ਜਿਹੜਾ ਅਨਐਮਪਲੋਇਮੈਂਟ ਦੀ ਦਰ ਆ। ਇਹ ਸਿਚੁਏਸ਼ਨ ਤੇ ਸੰਧੂ ਸਾਹਿਬ, ਕਿਉਂਕਿ ਜਿਵੇਂ ਤੁਸੀਂ ਕਿਹਾ ਆਮ ਆਦਮੀ ਪਾਰਟੀ ਨੇ ਇੱਕ ਚੰਗਾ ਸਟਾਰਟ ਕੀਤਾ, ਪਰ ਤਕਰੀਬਨ ਜੇ ਮੰਨੀਏ ਤੇ ਪੂਰੀ ਟਰਮ ਉਹਨਾਂ ਦੇ ਕੋਲ ਪਈ ਹੈ, 4.5 ਸਾਲ ਤੋਂ ਵੱਧ ਦਾ ਸਮਾਂ ਉਹਨਾਂ ਦੇ ਕੋਲ ਅਜੇ ਵੀ ਪਿਆ ਹੈ। ਕਿਸ ਤਰ੍ਹਾਂ ਦੇ ਲੋੜੀਂਦੇ ਸਟੈਪਸ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਉਹਨਾਂ ਨੂੰ ਲੈਣ ਦੀ ਲੋੜ ਹੈ, ਤਾਂ ਕਿ ਅਦਰ ਦੈਨ ਦੀਸ 25,000 ਜੌਬਸ ਤੋਂ ਵੱਖ ਉਹ ਕਿਵੇਂ ਹੋਰ ਜ਼ਿਆਦਾਤਰ ਜਿਹੜਾ ਹੈ ਰੁਜ਼ਗਾਰ ਪੈਦਾ ਕਰ ਸਕਣ? ਤੇ ਇੱਕ ਜਿਹੜਾ ਤੁਸੀਂ ਹੁਣੇ ਜਿਹੜਾ ਦੱਸ ਰਹੇ ਸੀ, ਇਸ ਦੇ ਵਿੱਚ ਕੀ ਜਦ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਨਹੀਂ ਆ ਰਹੀ, ਕੀ ਇਹਦਾ ਵੱਡਾ ਕਾਰਨ ਹੈ ਕਿ ਪੰਜਾਬ ਇੱਕ ਲੈਂਡਲੌਕ ਸਟੇਟ ਹੈ? ਲੈਂਡਲੌਕ ਸਟੇਟ ਦਾ ਵੀ ਇੱਕ ਵੱਡਾ ਕਾਰਨ ਡੈਫੀਨਿਟਲੀ ਹੋ ਸਕਦਾ ਵਾ, ਪਰ ਮੇਰੇ ਖਿਆਲ ਇੱਥੇ ਨਾ ਅਸੀਂ ਇੱਕ ਮਾਹੌਲ ਨਹੀਂ ਕ੍ਰੀਏਟ ਕਰ ਸਕੇ ਗੌਰਵ। ਜੋ ਅੱਜ ਹਾਲਤ ਆ, ਇਹ ਕਰੀਬ ਪਿਛਲੇ 2 ਦਹਾਕੇ ਦੀ ਜ਼ਿਆਦਾ ਇਹ ਹਾਲਤ ਖਰਾਬ ਹੋਈ ਆ। ਉਸ ਤੋਂ ਪਹਿਲਾਂ ਥੋੜ੍ਹਾ ਖੈਰ ਮਿਲੀਟੈਂਸੀ ਵੀ ਸੀ, ਲੇਕਿਨ ਇੱਕ ਟਾਈਮ ਸੀ, ਮੈਂ ਫਿਰ ਪ੍ਰਤਾਪ ਸਿੰਘ ਕੈਰੋਂ ਦੀ ਗੱਲ ਕਰਨ ਲੱਗਾ ਵਾਂ। ਪ੍ਰਤਾਪ ਸਿੰਘ ਕੈਰੋਂ ਵੇਲੇ ਫਰੀਦਾਬਾਦ ਕਿਵੇਂ, ਉਦੋਂ ਜੁਆਇੰਟ ਪੰਜਾਬ ਸੀਗਾ, ਕਿਵੇਂ ਵਸਿਆ, ਪਾਣੀਪਤ ਲੁਧਿਆਣਾ ਕਿਵੇਂ ਵਸਿਆ, ਫਾਊਂਡਰੀਜ਼ ਯੂਨਿਟਸ ਮੰਡੀ ਗੋਬਿੰਦਗੜ੍ਹ ਬਟਾਲਾ 'ਚ ਕਿਵੇਂ ਆਈਆਂ, ਤੁਹਾਨੂੰ ਇਹ ਸਾਰਾ ਪਤਾ ਹੀ ਆ। ਫਗਵਾੜੇ ਦੇ ਵਿੱਚ ਫਾਊਂਡਰੀ ਯੂਨਿਟਸ ਕਿਉਂ ਆਈਆਂ, ਵੱਡੀਆਂ ਉਸ ਵੇਲੇ ਆਈਆਂ, JCT ਮਿਲਸ ਵਗੈਰਾ ਉਹ ਹੋਰ ਥਾਵਾਂ 'ਤੇ ਕਿਉਂ ਨਹੀਂ ਗਈਆਂ? ਸੋ ਸਰਕਾਰ ਵੱਲੋਂ ਇੱਕ ਬਹੁਤ ਵੱਡੇ ਪੱਧਰ 'ਤੇ ਕੋਸ਼ਿਸ਼ ਕਰਨ ਦੀ ਲੋੜ ਆ, ਪਰ ਕਈ ਸੀਰੀਜ਼ ਆਫ ਸਟੈਪਸ ਪੰਜਾਬ ਨੂੰ ਚੁੱਕਣੇ ਪੈਣੇ ਆ। ਸਭ ਤੋਂ ਪਹਿਲਾਂ ਤਾਂ ਇੱਥੇ ਇੱਕ ਪ੍ਰੋਪਰ ਸਰਵੇ ਕਰਾਉਣਾ ਪਊਗਾ ਕਿ ਅਨਐਮਪਲੋਇਡ ਹੈ ਕਿੰਨੇ, 10ਵੀਂ ਪਾਸ ਕਿੰਨੇ ਨੇ, 12ਵੀਂ ਪਾਸ ਕਿੰਨੇ ਨੇ, ਗ੍ਰੈਜੂਏਟਸ ਕਿੰਨੇ ਨੇ, ਪੋਸਟ ਗ੍ਰੈਜੂਏਟਸ ਕਿੰਨੇ ਨੇ, ਕਿੰਨੇ ਪ੍ਰੋਫੈਸ਼ਨਲਸ ਆ, ਕਿੰਨੇ ਟੈਕਨੀਕਲੀ ਕੁਆਲੀਫਾਈਡ ਹੈ। ਮੈਪਿੰਗ ਕਰਾਉਣ ਦੀ ਲੋੜ ਹੈ ਮਤਲਬ। ਹਾਂ, ਸੋ ਇੱਕ ਤਾਂ ਨਵਾਂ ਸਰਵੇ, ਕਿਉਂਕਿ ਲਾਸਟ ਸਰਵੇ ਮੇਰੀ ਜਾਣਕਾਰੀ ਮੁਤਾਬਕ 1998 'ਚ ਹੋਇਆ ਸੀ। ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੀ ਪੁਰਾਣੀ ਗੱਲ ਆ। ਉਦੋਂ 15 ਤੋਂ ਲੈ ਕੇ 35 ਸਾਲ ਦੀ ਉਮਰ ਦੇ ਕਰੀਬ 15 ਲੱਖ ਬੇਰੁਜ਼ਗਾਰ ਸੀਗੇ। ਉਹ ਹੁਣ ਸਰਵੇ ਜਿਹੜਾ ਵਾ ਉਹ ਰੈਲੇਵੈਂਟ ਹੀ ਹੈ ਨਹੀਂ। ਉਹ ਜਿਹੜੇ 35 ਸਾਲ ਦੇ ਸੀ ਉਹ ਤੇ ਹੁਣ 55-60 ਸਾਲ ਦੇ ਹੋ ਗਏ ਆ। ਸੋ ਇੱਕ ਨਵਾਂ ਸਰਵੇ ਕਰਨ ਦੀ ਲੋੜ ਆ। ਫਿਰ ਵੱਖਰੇ ਸੈਕਟਰਸ ਵਾਸਤੇ ਇੱਕ ਨਵੀਂ ਸਾਨੂੰ ਨੀਤੀ ਬਣਾਉਣੀ ਪਊਗੀ। ਫੋਰ ਐਗਜ਼ਾਮਪਲ, ਪੰਜਾਬ ਜਿਹੜਾ ਵਾ ਐਗਰੀਕਲਚਰ ਸਟੇਟ ਹੈ, ਮੈਂ ਇਸ ਗੱਲ 'ਤੇ ਕਾਫੀ ਸਟੱਡੀ ਕੀਤੀ ਹੈ, ਐਗਰੀਕਲਚਰ ਸਟੇਟ ਆ, ਲੇਕਿਨ ਜਿਹੜਾ ਨੌਜਵਾਨ ਜਦੋਂ ਪੜ੍ਹ ਜਾਂਦਾ, 10ਵੀਂ ਪਾਸ ਵੀ ਕਰ ਜਾਂਦਾ ਵਾ, ਜਦੋਂ ਉਹਦੇ ਹੱਥ 'ਚ ਮੋਬਾਈਲ ਆ ਜਾਂਦਾ ਵਾ, ਉਹ ਖੇਤੀ ਨਹੀਂ ਕਰਨੀ ਚਾਹੁੰਦਾ, ਖੇਤਾਂ 'ਚ ਪਾਣੀ ਨਹੀਂ ਲਾਉਣਾ ਚਾਹੁੰਦਾ, ਉਹ ਟਿਊਬਵੈੱਲ ਨਾਲ ਖੇਤੀ ਨਹੀਂ ਕਰਨੀ ਚਾਹੁੰਦਾ, ਔਰ ਨਾ ਹੀ ਉਹ ਵਾਢੀ ਕਰਨੀ ਚਾਹੁੰਦਾ ਆਪਣੇ ਹੱਥ ਦੇ ਨਾਲ। ਸੋ ਉਹਦੇ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ? ਮੇਰਾ ਖਿਆਲ ਸਾਨੂੰ ਕੋਆਪਰੇਟਿਵ ਫਾਰਮਿੰਗ ਨੂੰ ਬੜਾਵਾ ਦੇਣ ਦੀ ਲੋੜ ਆ। ਛੋਟੇ ਜਿਹੜੇ ਜ਼ਿਮੀਂਦਾਰ ਨੇ ਉਹ ਅਫੋਰਡ ਨਹੀਂ ਕਰ ਸਕਦੇ ਮਸ਼ੀਨਰੀ, ਸੋ ਇਹ ਪਿੰਡਾਂ ਦੇ ਜਿਹੜੇ ਕੋਆਪਰੇਟਿਵਸ ਆ, ਕਈ ਥਾਵਾਂ 'ਤੇ ਬਣੀਆਂ ਹੋਈਆਂ ਵਾ, ਚੰਗਾ ਕੰਮ ਕਰ ਰਹੀਆਂ ਵਾ, ਉਹ ਕੋਆਪਰੇਟਿਵਸ ਨੂੰ ਦੱਸਿਆ ਜਾਵੇ ਕਿ ਤੁਸੀਂ ਆਪ ਮਸ਼ੀਨਰੀ ਖਰੀਦੋ, ਔਰ ਉਹ ਮਸ਼ੀਨਰੀ ਜਿਹੜੀ ਚਲਾਉਣ ਵਾਸਤੇ ਜਿਹੜੇ ਨਵੇਂ ਨੌਜਵਾਨ ਨੇ, ਪੜ੍ਹੇ ਲਿਖੇ ਨੌਜਵਾਨ ਨੇ, ਉਹਨਾਂ ਨੂੰ ਉਹ ਮਸ਼ੀਨਰੀ ਚਲਾਉਣ ਵਾਸਤੇ ਲਾਇਆ ਜਾਵੇ, ਔਰ ਉਹਦੀ ਮਿਨੀਮਮ ਵੇਜ ਜਿਹੜੀ ਆ ਉਹ ਪ੍ਰੋਮਿਸ ਕੀਤੇ ਜਾਵੇ। ਮਿਨੀਮਮ ਵੇਜ ਜੋ ਹੈ ਇਸ ਵੇਲੇ ਹੈ ਉਹ ਨਹੀਂ, ਘੱਟੋ ਘੱਟ ਉਹਨਾਂ ਨੂੰ 100 ਰੁਪਈਆ ਘੰਟਾ। ਇਹਦਾ ਮਤਲਬ ਜੇ 8 ਘੰਟੇ ਦਿਨ 'ਚ ਕੰਮ ਕਰਨਗੇ ਤੇ ਸ਼ਾਮ ਨੂੰ 800 ਰੁਪਈਆ ਲੈ ਕੇ ਜਾਣਗੇ, ਔਰ ਇਹਦਾ ਮਤਲਬ ਆ ਵੀ ਉਹ ਕਰੀਬ ਮਹੀਨੇ ਦਾ 16-17 ਹਜ਼ਾਰ ਰੁਪਈਆ ਜੇ 5 ਦਿਨ ਵੀ ਕੰਮ ਕਰਨ ਤੇ ਉਹ ਕਮਾ ਸਕਦੇ ਆ। ਸੋ ਇਹਦੇ ਨਾਲ ਐਟਲੀਸਟ ਉਹਨਾਂ ਨੂੰ ਪਿੰਡਾਂ ਦੇ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਹੀ ਇੱਕ ਨੌਕਰੀ ਜਿਹੜੀ ਆ ਕ੍ਰੀਏਟ ਹੋਊਗੀ। ਇਹਦੇ ਨਾਲ ਸਾਨੂੰ ਐਗਰੋ ਇੰਡਸਟਰੀ ਨੂੰ ਬੜਾਵਾ ਦੇਣਾ ਪੈਣਾ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਬਣੀ ਸੀ 2002 ਤੋਂ 7 ਤੱਕ, ਉਦੋਂ ਐਗਰੋ ਇੰਡਸਟਰੀ ਨੂੰ ਬੜਾਵਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਵਿੱਚ ਬੜਾਵਾ ਮਿਲਦਾ ਵਾ, ਪਰ ਫਿਰ ਕੰਮ ਉੱਥੇ ਹੀ ਰੁਕ ਜਾਂਦਾ। ਹੁਣ ਕੋਈ ਫੂਡ ਪਾਰਕਸ ਕਈ ਬਣ ਰਹੇ ਆ, ਫਗਵਾੜੇ 'ਚ ਬਣ ਰਿਹਾ ਵਾ, ਕਪੂਰਥਲੇ 'ਚ ਬਣ ਰਿਹਾ ਵਾ, ਸ਼ਾਇਦ ਇੱਥੇ ਸਰਹੰਦ ਦੇ ਕੋਲ ਵੀ ਹੈ, ਲੁਧਿਆਣੇ ਲਾਧੋਵਾਲ ਦੇ ਵਿੱਚ ਵੀ ਲਾਇਆ ਜਾ ਰਿਹਾ ਇੱਕ ਪਲਾਂਟ, ਫਾਜ਼ਿਲਕਾ ਉਧਰਲੇ ਪਾਸੇ ਵੀ ਲੱਗ ਰਿਹਾ ਵਾ, ਪਰ ਸਾਨੂੰ ਹੋਰ ਫੂਡ ਪਾਰਕਸ ਬਣਾਉਣ ਦੀ ਲੋੜ ਆ। ਔਰ ਐਗਰੋ ਇੰਡਸਟਰੀ ਨੂੰ ਬੜਾਵਾ ਉਹਨਾਂ ਚਿਰ ਤੱਕ ਗੌਰਵ ਨਹੀਂ ਮਿਲ ਸਕਦਾ ਜਿੰਨੇ ਚਿਰ ਤੱਕ ਅਸੀਂ ਵਿਭਿੰਨਤਾ ਡਾਈਵਰਸੀਫਿਕੇਸ਼ਨ ਕ੍ਰੌਪਿੰਗ ਪੈਟਰਨ 'ਚ ਨਹੀਂ ਲਿਆਉਂਦੇ, ਕਿਉਂਕਿ ਆਫਟਰ ਆਲ ਐਗਰੋ ਇੰਡਸਟਰੀ ਜ਼ਿਆਦਾ ਕਣਕ ਤੇ ਝੋਨੇ 'ਚ ਨਹੀਂ ਲੱਗ ਸਕਦੀ। ਉਹਦੇ ਲਈ ਤੁਹਾਨੂੰ ਮੱਕੀ, ਜਿਹੜੇ ਫਲ ਫਰੂਟ ਔਰ ਸਬਜ਼ੀਆਂ, ਆਲੂ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਐਗਰੋ ਇੰਡਸਟਰੀ ਜਿਹੜੀ ਆ ਇਹਨੂੰ ਸਾਨੂੰ ਵੱਡੇ ਪੱਧਰ 'ਤੇ ਬੜਾਵਾ ਦੇਣਾ ਪਊਗਾ। ਨਾਲ IT ਨੂੰ ਵੀ ਬੜਾਵਾ ਦੇਣਾ ਪਊਗਾ। IT ਦੇ ਨਾਲ ਸਾਨੂੰ ਮੈਨੂਫੈਕਚਰਿੰਗ ਸੈਕਟਰ, ਪੰਜਾਬ ਜਿਹੜਾ ਵਾ ਲੁਧਿਆਣੇ 'ਚ ਬਹੁਤ ਸਾਰੀ ਮੈਨੂਫੈਕਚਰਿੰਗ ਹੁੰਦੀ ਆ ਜੀ, ਔਰ ਜਿਸ ਵੇਲੇ ਸੁਖਬੀਰ ਬਾਦਲ ਸੱਤਾ 'ਚ ਸੀਗੇ, ਅਕਾਲੀ ਭਾਜਪਾ ਸਰਕਾਰ ਸੀ, ਉਸ ਵੇਲੇ 15-17 ਹਜ਼ਾਰ ਜਿਹੜੇ ਮੈਨੂਫੈਕਚਰਿੰਗ ਯੂਨਿਟਸ ਹੈ ਬੰਦ ਹੋਏ। ਕਿਉਂ ਬੰਦ ਹੋਏ? ਉਹਦਾ ਕਾਰਨ ਲੱਭਣ ਦੀ ਲੋੜ ਆ, ਔਰ ਇਹਨਾਂ ਨੂੰ ਫਿਰ ਤੋਂ ਮੁੜ ਸੁਰਜੀਤ ਕਰਨ ਦੀ ਲੋੜ ਹੈ, ਉਹਨੂੰ ਇਨਕਰੇਜ ਕਰਨਾ ਪਊਗਾ। ਸੋ ਇਹੋ ਜਿਹੇ ਕਦਮ ਸਾਨੂੰ ਚੁੱਕਣ ਦੀ ਲੋੜ ਹੈ। ਪਰ ਨਾਲ ਗੌਰਵ ਮੈਂ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ
ਇੱਕ ਜਿਹੜਾ ਪ੍ਰੋਪਰ ਸਾਨੂੰ ਕੰਡੀਸ਼ਨਸ ਕ੍ਰੀਏਟ ਕਰਨੀਆਂ ਪੈਣੀਆਂ ਨੌਕਰੀਆਂ ਦੀਆਂ। ਜੀ ਹੁਣ ਅਸੀਂ ਸਰਕਾਰੀ ਨੌਕਰੀਆਂ 2016-17 ਦਿੱਤੀਆਂ ਇਹਨਾਂ ਨੇ 15-15 ਹਜ਼ਾਰ ਤੇ ਡਾਕਟਰਾਂ ਨੂੰ। ਹੁਣ ਤੁਹਾਨੂੰ ਲੱਗਦਾ ਵਾ ਕਿ ਡਾਕਟਰ ਜਿਹੜਾ 50 ਲੱਖ 70 ਲੱਖ ਰੁਪਈਆ ਖਰਚ ਕੇ ਡਾਕਟਰ ਬਣਦਾ ਵਾ ਉਹ 15 ਹਜ਼ਾਰ ਦੀ ਨੌਕਰੀ ਨਾਲ ਸੈਟੀਸਫਾਈਡ ਹੋਊਗਾ। ਸੋ ਸਾਨੂੰ ਇੱਕ ਪ੍ਰੋਪਰ ਸਰਵਿਸ ਕੰਡੀਸ਼ਨਸ ਤਾਂ ਕਿ ਐਕਸਪਲੋਇਟੇਸ਼ਨ ਨਾ ਗਵਰਨਮੈਂਟ ਕਰੇ। ਪਹਿਲਾਂ ਤਾਂ ਗਵਰਨਮੈਂਟ ਨੂੰ ਇੱਕ ਪ੍ਰੋਪਰ ਵੇਜ ਸਿਸਟਮ ਲੈ ਕੇ ਆਉਣਾ ਪੈਣਾ। ਔਰ ਜਿਹੜੇ ਪ੍ਰਾਈਵੇਟ ਅਦਾਰੇ ਆ ਜਿਹੜੇ 10-10 15-15 ਹਜ਼ਾਰ ਤੇ ਡੈਂਟਿਸਟ ਰੱਖਦੇ ਆ ਉਹਨਾਂ ਦੇ ਉੱਤੇ ਵੀ ਨਿਗਰਾਨੀ ਰੱਖਣੀ ਪਊਗੀ। ਮਿਨੀਮਮ ਵੇਜ ਫਿਕਸ ਕਰਨੀ ਪਊ ਕਿ ਡੈਂਟਿਸਟ ਦੀ ਘੱਟੋ ਘੱਟ ਇੰਨੀ, ਡਾਕਟਰ ਦੀ ਘੱਟੋ ਘੱਟ ਇੰਨੀ, ਨਰਸ ਦੀ ਘੱਟੋ ਘੱਟ ਇੰਨੀ, ਟੀਚਰ ਨੂੰ ਘੱਟੋ ਘੱਟ। ਪ੍ਰਾਈਵੇਟ ਸਕੂਲਸ ਟੀਚਰਸ ਨੂੰ ਐਕਸਪਲੋਇਟ ਕਰਦੇ 4000 7000 6000 ਰੁਪਈਆ ਦਿੰਦੇ ਆ। ਆਫਟਰ ਆਲ ਉਹ ਪੜ੍ਹੇ ਲਿਖੇ ਆ ਨਾ, ਕੁਆਲੀਫਾਈਡ ਆ, ਬੱਚੇ ਨੂੰ ਪੜ੍ਹਾ ਰਹੇ ਆ। ਘੱਟੋ ਘੱਟ ਵੀ ਉਹਨਾਂ ਦੀ ਤਨਖਾਹ 15 ਤੋਂ 20 ਹਜ਼ਾਰ ਹੋਣੀ ਚਾਹੀਦੀ ਹੈ। ਸੋ ਸਰਕਾਰ ਨੂੰ ਇਹੋ ਜਿਹੇ ਬਹੁਤ ਸਾਰੇ ਕਦਮ ਮੇਰਾ ਖਿਆਲ ਆ ਚੁੱਕਣ ਦੀ ਲੋੜ ਆ। ਜਿਹੜੇ ITI ਆ ਜਿੱਥੇ ਸਕਿੱਲਸ ਕ੍ਰੀਏਟ ਹੁੰਦੀਆਂ ਵਾ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਆ। ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਵਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਇਹਨਾਂ ਕਿਹਾ ਸੀ ਕਿ ਇੱਕ ਸਕਿੱਲ ਯੂਨੀਵਰਸਿਟੀ ਅਸੀਂ ਚਮਕੌਰ ਸਾਹਿਬ ਜੁੜਾਵਾਂਗੇ। ਸ਼ਾਇਦ ਉਹਦਾ ਨੀਂਹ ਪੱਥਰ ਵੀ ਰੱਖਿਆ ਗਿਆ, ਲੇਕਿਨ 3-4 ਸਾਲ ਹੋ ਗਏ ਉਹ ਮੇਰੇ ਖਿਆਲ ਉਹਦਾ ਕੋਈ ਬਹੁਤਾ ਪ੍ਰੋਗਰੈਸ ਨਹੀਂ ਹੋਇਆ। ਪ੍ਰਾਈਵੇਟ ਯੂਨੀਵਰਸਿਟੀਆਂ ਤੇ ਆ ਗਈਆਂ ਵਾ। ਇੱਕ ਪਿੱਛੇ ਜੇ ਇੱਕ ਸਕਿੱਲ ਯੂਨੀਵਰਸਿਟੀ ਲੈਂਪਕਿਨ ਨਾਂ ਦੀ ਇੱਕ ਸਕਿੱਲ ਯੂਨੀਵਰਸਿਟੀ ਦਾ ਇਨੋਗ੍ਰੇਸ਼ਨ ਸਰਕਾਰ ਨੇ ਕੀਤਾ ਵਾ, ਲੇਕਿਨ ਆਪਣੇ ਸੈਕਟਰ ਦੇ ਵਿੱਚ, ਸਰਕਾਰੀ ਸੈਕਟਰ ਦੇ ਵਿੱਚ ਕੋਈ ਪ੍ਰੋਪਰ ਸਕਿੱਲ ਯੂਨੀਵਰਸਿਟੀ ਉਹ ਨਹੀਂ ਬਣਾ ਸਕੇ। ਔਰ ਜਿੰਨੇ ਤੱਕ ਉਹ ਨਹੀਂ ਹੋਊਗਾ ITIs ਦੀ ਟ੍ਰੇਨਿੰਗ ਜਿਹੜੀ ਨਹੀਂ ਉਹਨਾਂ ਨੂੰ ਅਪਗ੍ਰੇਡ ਅਸੀਂ ਨਹੀਂ ਕਰ ਸਕਾਂਗੇ। ਸੰਧੂ ਸਾਹਿਬ, ਜਦੋਂ ਹੁਣ ਗੱਲ ਨੌਜਵਾਨਾਂ ਦੀ ਆਪਾਂ ਕਰ ਰਹੇ ਹਾਂ ਤੇ ਜ਼ਿਆਦਾਤਰ ਪਾਰਟੀਆਂ ਕਹਿੰਦੀਆਂ ਨੇ, ਸਿਆਸੀ ਪਾਰਟੀਆਂ, ਕਿ ਸਾਡੇ ਬੱਚਿਆਂ ਨੂੰ ਅਸੀਂ ਬਾਹਰ ਜਾਣ ਤੋਂ ਰੋਕਾਂਗੇ। ਜਿਹੜੇ ਆਇਲਸ ਕਰ ਰਹੇ ਨੇ, ਬਾਹਰ ਜਾ ਰਹੇ ਨੇ, ਵਿਦੇਸ਼ਾਂ ਦੇ ਵੱਲ ਰੁਖ ਕਰ ਰਹੇ ਨੇ, ਉਹਨਾਂ ਨੂੰ ਉੱਥੇ ਸਬਜ਼ ਬਾਗ ਲੱਗਦੇ ਨੇ ਤੇ ਉੱਧਰ ਜਾ ਰਹੇ ਨੇ। ਅਸੀਂ ਉਹਨਾਂ ਨੂੰ ਰੋਕਾਂਗੇ, ਆਪਣੇ ਹੀ ਸੂਬੇ ਦੇ ਵਿੱਚ ਰੱਖਾਂਗੇ। ਪਰ ਰੱਖਾਂਗੇ ਕਿਵੇਂ? ਤੁਹਾਨੂੰ ਲੱਗਦਾ ਹੈ ਕਿ ਇੰਨੇ ਸੀਰੀਅਸ ਇਹ ਹੈਗੇ ਨਹੀਂ ਸਿਆਸੀ ਪਾਰਟੀਆਂ ਜਿੰਨੀ ਵੀ ਆਪਣੀਆਂ ਹੈਗੀਆਂ? ਗੌਰਵ, ਮੈਂ ਥੋੜ੍ਹਾ ਜਿਹਾ ਨਾ ਕਾਫੀ ਲੋਕਾਂ ਨਾਲ ਡਿਫਰ ਕਰਦਾ ਵਾਂ। ਪਹਿਲੀ ਗੱਲ ਤਾਂ ਇਹ ਜਿਹੜੇ ਬਾਹਰ ਲੋਕੀ ਜਾ ਰਹੇ ਆ ਨਾ ਤਾਂ ਇਹਨਾਂ ਨੂੰ ਤੁਸੀਂ ਰੋਕ ਸਕਦੇ ਜੇ, ਤੇ ਸ਼ਾਇਦ ਮੇਰਾ ਮੰਨਣਾ ਵਾ ਕਿ ਨਾ ਹੀ ਬਹੁਤ ਵੱਡੀ ਕੋਸ਼ਿਸ਼ ਕਰਕੇ ਇਹਨਾਂ ਨੂੰ ਰੋਕਣਾ ਚਾਹੀਦਾ ਹੀ ਆ। ਆਫਟਰ ਆਲ ਹਰ ਸ਼ਖਸ ਜਿਹੜਾ ਵਾ, ਹਰ ਬੱਚਾ ਜਿਹੜਾ ਵਾ ਉਹ ਆਪਣੀ ਬਿਹਤਰੀ ਵਾਸਤੇ ਬਾਹਰ ਜਾਣਾ ਚਾਹੁੰਦਾ ਵਾ ਜਾਂ ਕਿਤੇ ਵੀ ਹੋਰ ਜਾਣਾ ਚਾਹੁੰਦਾ ਵਾ। ਸੋ ਜੇ ਕਈ ਵਾਰ ਪੰਜਾਬ ਦੇ ਲੋਕ ਦੂਜੀਆਂ ਸਟੇਟਾਂ ਜਾਂਦੇ, ਦੂਜੀਆਂ ਸਟੇਟਾਂ ਦੇ ਲੋਕ ਇੱਥੇ ਆਉਂਦੇ ਤਾਂ ਆਪਣੀ ਬਿਹਤਰੀ ਵਾਸਤੇ ਆਉਂਦੇ ਆ। ਸੋ ਇਸ ਕਰਕੇ ਕਰਨ ਦੀ ਕੀ ਲੋੜ ਆ ਵੀ ਉਹਨਾਂ ਨੂੰ ਆਪਾਂ ਸਕਿੱਲਸ ਦਈਏ। ਬਹੁਤ ਸਾਰੇ ਤੁਸੀਂ ਵੇਖਿਆ ਹੋਣਾ ਵਾ ਕਿ ਸਿਲੀਕਨ ਵੈਲੀ ਵਗੈਰਾ ਦੇ ਵਿੱਚ ਜਿਹੜੇ ਹਿੰਦੁਸਤਾਨੀ ਜਾਂਦੇ ਆ, ਜਿਹੜੇ ਸਾਊਥ ਵਾਲੇ ਬੱਚੇ ਜਾਂਦੇ ਆ, ਜ਼ਿਆਦਾ ਸਾਊਥ ਵਾਲੇ ਜਾਂਦੇ ਆ ਉੱਥੇ, ਉਹ IT ਇੰਜੀਨੀਅਰਸ ਜਾਂਦੇ ਆ, IT ਸਕਿਲਡ ਬੱਚੇ ਜਾਂਦੇ ਆ। ਸਾਡੇ ਬੱਚੇ ਜਿਹੜੇ ਬਾਹਰ ਜਾ ਰਹੇ ਆ ਉਹ ਜ਼ਿਆਦਾ ਟਰੱਕਿੰਗ ਵਾਸਤੇ ਜਾਂ ਉੱਥੇ ਰੀਅਲ ਏਸਟੇਟ ਕਰਨ ਵਾਸਤੇ ਜਾ ਰਹੇ ਆ। ਸੋ ਸਾਨੂੰ ਉਹਨਾਂ ਨੂੰ ਸਕਿੱਲਸ ਦੇਣੀਆਂ ਪੈਣੀਆਂ ਵਾ ਕਿ ਜਿਹੜੀ ਚੀਜ਼ ਦੀ ਉੱਥੇ ਲੋੜ ਹੈ, ਜਿਹੜੀ ਮਹਾਰਤ ਦੀ ਉੱਥੇ ਲੋੜ ਆ, ਅਸੀਂ ਉਹ ਸਕਿੱਲ ਉਹਨਾਂ ਨੂੰ ਦੇ ਸਕੀਏ। ਇਹ ਜੇ ਆਪਾਂ ਕਰ ਸਕੀਏ ਤਾਂ ਬਹੁਤ ਵੱਡੀ ਗੱਲ ਆ। ਔਰ ਆਟੋਮੈਟਿਕਲੀ ਜੇ ਅਸੀਂ ਸਹੀ ਸਕਿੱਲਸ ਦੇਣ ਲੱਗਾਂਗੇ ਤਾਂ ਬਹੁਤ ਸਾਰੇ ਬੱਚੇ ਨਹੀਂ ਵੀ ਜਾਣਗੇ, ਲੇਕਿਨ ਜੇ ਜਾਂਦੇ ਆ ਤਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਉੱਥੇ ਭੇਜਣਾ ਪੈਣਾ। ਤੁਹਾਨੂੰ ਯਾਦ ਹੋਊਗਾ 1996 'ਚ ਇੱਕ ਮਾਲਟਾ ਬੋਟ ਟ੍ਰੈਜਡੀ ਹੋਈ ਸੀ। ਕਰੀਬ 350 ਲੋਕੀ ਉਹ 'ਚ ਮਾਰੇ ਗਏ ਸੀ, ਬਹੁਤੇ ਪੰਜਾਬੀ ਸੀਗੇ ਮੁੰਡੇ ਜੀ। ਪਰ ਉਸ ਤੋਂ ਬਾਅਦ ਵੀ ਕੋਈ ਇਹੋ ਜਿਹੇ ਕਦਮ ਚੁੱਕੇ ਨਹੀਂ ਗਏ ਕਿ ਸਹੀ ਤਰੀਕੇ ਨਾਲ ਬੱਚਿਆਂ ਨੂੰ ਬਾਹਰ ਭੇਜਿਆ ਜਾ ਸਕੇ। ਫਿਰ ਉਸ ਤੋਂ ਬਾਅਦ 5-6 ਸਾਲ ਪਹਿਲਾਂ ਪਨਾਮਾ ਬੋਟ ਟ੍ਰੈਜਡੀ ਹੋਈ, ਉਹਦੇ 'ਚ ਵੀ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਮਾਰੇ ਗਏ। ਇਹ ਗੈਰ ਕਾਨੂੰਨੀ ਤਰੀਕੇ ਨਾਲ, ਗੈਰ ਵਾਜਬ ਤਰੀਕੇ ਨਾਲ ਬਾਹਰ ਜਾਣਾ ਚਾਹ ਰਹੇ ਸੀ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਉਹਨਾਂ ਨੂੰ, ਬੱਚੇ ਜਿਹੜੇ ਬਾਹਰ ਜਾਣਾ ਚਾਹੁੰਦੇ ਆ, ਸਹੀ ਮਾਇਨਿਆਂ ਦੇ ਵਿੱਚ ਸਹੀ ਟ੍ਰੇਨਿੰਗ, ਸਹੀ ਤਰੀਕਿਆਂ ਦੇ ਨਾਲ ਉੱਥੇ ਜਾਣ। ਔਰ ਸਾਨੂੰ ਸਰਕਾਰ ਨੂੰ ਸੰਪਰਕ ਕਰਨਾ ਚਾਹੀਦਾ ਵਾ ਅੰਬੈਸੀਜ਼ ਦੇ ਨਾਲ। ਚੰਡੀਗੜ੍ਹ ਦੇ ਵਿੱਚ ਹੀ, ਚੰਡੀਗੜ੍ਹ ਜਿਹੜੀ ਪੰਜਾਬ ਦੀ ਕੈਪੀਟਲ ਹੈ ਉਹਦੇ ਵਿੱਚ ਹੀ ਇੱਥੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਵੀ ਹੈ, ਇੱਥੇ ਕੈਨੇਡਾ ਦਾ ਕੌਂਸਲ ਜਨਰਲ ਵੀ ਇੱਥੇ ਬੈਠਦਾ ਵਾ। ਸੋ ਇਹਨਾਂ ਨਾਲ ਸੰਪਰਕ ਕਰਕੇ ਜਿਹੋ ਜਿਹੀਆਂ ਨੌਕਰੀਆਂ ਉੱਥੇ ਚਾਹੀਦੀਆਂ ਵਾ, ਜਿਹੋ ਜਿਹੀ ਉੱਥੇ ਸਕਿੱਲ ਜੌਬਸ ਦੀ ਲੋੜ ਆ, ਉਹੋ ਜਿਹੀਆਂ ਸਕਿੱਲਸ ਆਪਾਂ ਇੱਥੇ ਕ੍ਰੀਏਟ ਕਰੀਏ ਤਾਂ ਕਿ ਪ੍ਰੋਪਰ ਸਕਿੱਲਸ ਲੈ ਕੇ ਬੱਚੇ ਸਹੀ ਮਾਇਨਿਆਂ ਦੇ ਵਿੱਚ ਉੱਥੇ ਜਾ ਸਕਣ। ਬਹੁਤੇ ਬੱਚੇ ਆਪਣੇ ਕੈਨੇਡਾ 'ਚ ਤੁਹਾਨੂੰ ਵੇਖਿਆ ਜਾਂ ਤੁਸੀਂ ਵੇਖਿਆ ਜਾਂ ਕਿ ਬਰੈਂਪਟਨ ਜਾਂ ਸਰੀ ਜਾ ਕੇ ਰਹਿੰਦੇ ਆ, ਲੇਕਿਨ ਕੈਨੇਡਾ ਦੇ ਵਿੱਚ ਬਹੁਤ ਸਾਰੇ ਹੋਰ ਜਗ੍ਹਾ ਵਾ, ਵਿਨੀਪੈਗ, ਮੈਨੀਟੋਬਾ, ਨੋਵਾ ਸਕੋਸ਼ੀਆ ਵਗੈਰਾ ਵਗੈਰਾ, ਮੌਂਟਰੀਅਲ, ਜਿੱਥੇ ਉਹ ਜਾ ਸਕਦੇ ਜਿਹਨਾਂ ਨੂੰ ਸਹੀ ਸਕਿੱਲਸ ਉਹਨਾਂ ਕੋਲ ਹਾਸਲ ਹੋਣ। ਸੋ ਇਸ ਤਰ੍ਹਾਂ ਦੇ ਕਦਮ ਮੇਰੇ ਖਿਆਲ ਚੁੱਕਣ ਦੀ ਲੋੜ ਆ। ਇਹ ਕਹਿਣਾ ਕਿ ਅਸੀਂ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕ ਲਾਂਗੇ, ਕਿਸੇ ਨੇ ਨਹੀਂ ਰੋਕ ਸਕਣਾ। ਹੁਣ ਇਹ ਇੱਕ ਸਿਸਟਮ ਚੱਲ ਪਿਆ ਵਾ, ਲੇਕਿਨ ਇਹ ਆ ਕਿ ਉਸ ਸਿਸਟਮ ਨੂੰ ਆਪਾਂ ਸਟ੍ਰੀਮਲਾਈਨ ਕਰੀਏ। ਗੌਰਵ, ਮੇਰੇ ਖਿਆਲ ਇਹਦੀ ਲੋੜ ਆ। ਐਗਜ਼ੈਕਟਲੀ ਸਰ। ਤੇ ਕਿਤੇ ਨਾ ਕਿਤੇ ਇਹ ਵੀ ਡਿਪੈਂਡ ਕਰਦਾ ਕਿ ਸਰਕਾਰਾਂ ਦੀ ਜਿਹੜੀ ਨੀਅਤ ਹੈਗੀ ਹੈ ਉਹ ਕੀ ਹੈਗੀ ਹੈ।
ਕਿਉਂਕਿ ਕਹਿਣ ਦੇ ਵਿੱਚ ਤੇ ਕਰਨ ਦੇ ਵਿੱਚ ਬਹੁਤ ਫਰਕ ਤੇ ਅੰਤਰ ਦਿਖਾਈ ਦਿੰਦਾ। ਜਿਵੇਂ ਤੁਸੀਂ ਪੁਰਾਣੀ ਸਰਕਾਰਾਂ ਦੀ ਗੱਲ ਕੀਤੀ ਤੇ ਜੋ ਉਹਨਾਂ ਨੇ ਕਿਹਾ ਉਹ ਕੀਤਾ ਨਹੀਂ। ਮੌਜੂਦਾ ਸਰਕਾਰ ਜੋ ਕਹਿ ਰਹੀ ਹੈ ਤੇ ਕੀ ਅਗਰ ਉਹ ਕਰੇਗੀ ਕਿ ਨਹੀਂ, ਕਿਉਂਕਿ ਬੱਚਿਆਂ ਨੂੰ ਅਗਰ ਡਾਲਰ ਤੇ ਪਾਉਂਡ ਦੀ ਚਮਕ ਦਿਖਾਈ ਦਿੰਦੀ ਹੈ, ਉਹ ਇਸ ਕਰਕੇ ਦਿਖਾਈ ਦਿੰਦੀ ਕਿਉਂਕਿ ਇੱਥੇ ਉਹਨਾਂ ਨੂੰ ਕੁਝ ਨਹੀਂ ਮਿਲ ਰਿਹਾ, ਇਸ ਕਰਕੇ ਫਿਰ ਉਹ ਬਾਹਰ ਜਾਣ ਦੀ ਗੱਲਾਂ ਕਰਦੇ ਆ। ਬਿਲਕੁਲ ਬਿਲकुल ਠੀਕ ਹੈ। ਔਰ ਜੇ ਇਹ ਸਰਕਾਰ ਵੀ ਕੁਝ ਨਹੀਂ ਕਰੂਗੀ ਤੇ ਜੋ ਪੁਰਾਣੀਆਂ ਸਰਕਾਰਾਂ ਦੀ ਹਾਲਤ ਹੋਈ ਹੈ, ਇਸ ਸਰਕਾਰ ਦੀ ਵੀ ਹਾਲਤ 4 ਸਾਲ ਬਾਅਦ ਹੋ ਸਕਦੀ ਹੈ, 5 ਸਾਲ ਬਾਅਦ। ਪਰ ਅਸੀਂ ਉਮੀਦ ਕਰਦੇ ਹਾਂ ਕਿ ਅਜਿਹਾ ਨਾ ਹੋਵੇ ਤੇ ਬੱਚੇ ਵੀ ਇੱਥੇ ਸਕਿੱਲਸ ਉਹਨਾਂ ਨੂੰ ਪ੍ਰੋਪਰ ਮਿਲਣ ਤੇ ਆਪਣੇ ਹੀ ਸੂਬੇ ਦੇ ਵਿੱਚ ਸੂਬੇ ਦੀ ਤਰੱਕੀ ਦੇ ਵਿੱਚ ਜਿਹੜਾ ਉਹ ਯੋਗਦਾਨ ਪਾਉਣ। ਤੇ ਸੰਧੂ ਸਾਹਿਬ ਤੁਸੀਂ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਸਤਿ ਸ਼੍ਰੀ ਅਕਾਲ, ਨਮਸਕਾਰ। ਇਜਾਜ਼ਤ ਦਿਓ, ਧੰਨਵਾਦ। ਹੈਲੋ ਹੈਲੋ Hello. ਹੈਲੋ। Hello. ਬਾਹਰ ਵਸਦੇ ਪੰਜਾਬੀਆਂ ਨੂੰ ਆਪਣਿਆਂ ਨਾਲ ਜੋੜਨ ਲਈ, ਵਤਨੋਂ ਪਾਰ ਵਸਦਿਆਂ ਨੂੰ ਆਪਣੀ ਮਿੱਟੀ ਦੀ ਝਲਕ ਦੇਣ ਲਈ, ਖਬਰ ਹੀ ਨਹੀਂ ਉਸ ਦੀ ਤਹਿ ਤੱਕ ਜਾ ਕੇ ਸੱਚਾਈ ਤੁਹਾਡੇ ਤੱਕ ਪਹੁੰਚਾਉਣ ਲਈ, ਤੁਹਾਡੀ ਆਵਾਜ਼ ਤੁਹਾਡੇ ਮੁੱਦਿਆਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਮੁੜ ਤੁਹਾਡੇ ਰੂਬਰੂ ਹੋਣ ਜਾ ਰਿਹਾ ਹੈ ਤੁਹਾਡਾ ਆਪਣਾ ਹੋਸਟ ਉੱਗੇ ਪੱਤਰਕਾਰ ਕੰਵਰ ਸੰਧੂ। ਇਹ ਸ਼ੋਅ ਇਸ ਵੇਲੇ ਲਾਈਵ ਟੈਲੀਕਾਸਟ ਹੈ। ਇੱਕ ਵਾਰ ਫੇਰ ਤੋਂ ਪੇਸ਼ ਕਰ ਰਹੇ ਹਨ। ਸਤਿ ਸ਼੍ਰੀ ਅਕਾਲ, ਮੈਂ ਹਾਂ ਕੰਵਰ ਸੰਧੂ। ਕਿਉਂਕਿ ਇਹ ਕਾਲ-ਇਨ ਸ਼ੋਅ ਆ, ਤੁਸੀਂ ਵੀ ਇਹਦੇ 'ਚ ਹਿੱਸਾ ਲੈ ਸਕਦੇ ਜੇ। ਹੈਲੋ ਗਲੋਬਲ ਪੰਜਾਬ। ਸਮਾਜ ਦੀ ਹਰ ਖਬਰ ਤੇ ਨਜ਼ਰ ਹੀ ਨਹੀਂ, ਡੂੰਘਾਈ ਨਾਲ ਪੜਚੋਲ ਦਾ ਓਵਰਵਿਊ ਕਮਰ ਸੰਧੂ ਦੇ ਨਾਲ। ਕਿ 56 ਇੰਚ ਦੇ ਸੀਨੇ ਨੂੰ 42 ਕਰਕੇ ਭੇਜਤਾ ਪੰਜਾਬ ਤੋਂ। ਪਰਮਾਤਮਾ ਦੀ ਦਇਆ, ਹਲੇ ਬਿਨਾਂ ਚਸ਼ਮੇ ਤੋਂ ਕੰਮ ਸਰੀ ਜਾਂਦਾ ਹੈ। ਜਿਹੜਾ ਚਸ਼ਮਾ ਮੈਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਨੂੰ ਲੱਗਿਆ, ਮੈਂ ਉਹ ਜਾਣਨਾ ਚਾਹੁੰਦਾ ਕਿਹੜੀ ਚਾਹ ਪਾਣੀ ਸੀ ਜਿਹੜੀ ਮੁਸਤਫਾ ਸਾਹਿਬ ਨੇ ਚਾਹ ਪੀਤੀ ਤੇ ਉਸ ਤੋਂ ਬਾਅਦ ਪੰਗਾ ਪੈ ਗਿਆ ਔਰ ਕਈ ਇੱਥੇ ਕਤਲ ਕਰਾਏ ਨੇ। ਨਹੀਂ, ਵਿਕਰਮ ਬਾਜਵਾ ਦੇ ਪਿੱਛੋਂ ਤੁਸੀਂ ਬੀਬੀ ਰਜਿੰਦਰ ਕੌਰ ਭੱਠਲ ਨਾ ਹਟਾ ਦਿਓ। ਮੈਂ ਇੱਕ ਵਾਰ ਵੀ ਨਹੀਂ ਕਿਹਾ ਕਿ ਮੇਰੀ ਜਵਾਈ ਨੂੰ ਟਿਕਟ ਦਿਓ। ਤੁਹਾਨੂੰ ਲੱਗਦਾ ਵਿਕਰਮ ਬਾਜਵਾ ਦੀ ਸਿਆਸਤ ਦੇ ਵਿੱਚ ਆਪਣੀ ਕੋਈ ਪੈਠ ਹੈਗੀ ਹੈ?